ਪੂਜੈ ਸਭ ਕੋਈ। ਜਿਨ ਸਤਿਗੁਰ ਪਿਆਰਾ ਸੇਵਿਆ ਤਿਨਾ ਸੁਖ ਸਦ ਹੋਇ। ਜਿਨਾ ਨਾਨਕ ਸਤਿਗੁਰ ਭੇਟਿਆ ਤਿਨਾ ਮਿਲਿਆ ਹਰਿ ਸੋਈ। ਜਿਨਾ ਨਾਨਕ ਸਤਿਗੁਰ ਭੇਟਿਆ ਤਿਨਾ ਮਿਲਿਆ ਹਰਿ ਸੋਈ, ਹਰਿ ਸੋਈ। ਸ਼ਲੋਕ ਮਹੱਲਾ ਦੂਜਾ। ਚਾਕਰ ਲੱਗੈ ਚਾਕਰੀ ਨਾਲ ਗਾਰਵਾਦ, ਗੱਲਾਂ ਕਰੇ ਘਨੇਰੀਆਂ ਖਸਮ ਨਾ ਪਾਏ। ਸਾਧ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ। ਨਾਨਕ ਜਿਸ ਨੂੰ ਲੱਗਾ ਤਿਸ ਮਿਲੈ, ਲੱਗਾ ਸੋ ਪ੍ਰਵਾਨ। ਮਹੱਲਾ ਦੂਜਾ। ਜੋ ਜੀ ਹੋਏ ਸੁਗਵੇ ਮੂਕਾ ਕਹਿਆ ਵਾਓ, ਬੀਜਾ ਭਿਖ ਮੰਗੈ ਅੰਮ੍ਰਿਤ ਵੇਖੋ ਇਹ ਨਿਆਉ। ਮਹੱਲਾ ਦੂਜਾ। ਨਾਲੇ ਆਣੀ ਦੋਸਤੀ ਕਦੇ ਨਾ ਆਵੇ ਰਾਸ, ਜਿਹਾ ਜਾਣੇ ਤਿਉ ਵਰਤੈ ਵੇਖੋ ਕੋ ਨਰਜਾਸ। ਵਸਤੂ ਅੰਦਰ ਵਸ ਮਾਵੇ ਦੂਜੀ ਹੋਵੇ ਪਾਸ। ਸਾਹਿਬ ਸੇਤੀ ਹੁਕਮ ਨਾ ਚੱਲੈ, ਕਹੀ ਬਣੈ ਅਰਦਾਸ। ਕੂੜ ਕਮਾਣੈ ਕੂੜੋ ਹੋਵੇ, ਨਾਨਕ ਸਿਫਤ ਵਿਗਾਸ। ਮਹੱਲਾ ਦੂਜਾ। ਨਾਲ ਆਣੇ ਦੋਸਤੀ ਵਡਾਰੂ ਸਿਓ ਨੇ ਹੋ, ਪਾਣੀ ਅੰਦਰ ਲੀਕ ਜਿਉ ਤਿਸ ਦਾ ਥਾਉ ਨਾ ਥਿਓ। ਮਹੱਲਾ ਦੂਜਾ। ਹੋਏ ਆਣਾ ਕਰੇ ਕਾ ਮਾਣ ਨਾ ਸਕੈ ਰਾਸ, ਜੇਕ ਅਦ ਚੰਗੀ ਕਰੇ ਦੂਜੀ ਪੀਵੇ ਰਾਸ। ਹੁਣ ਚੱਕਰ ਲੱਗਾ ਚਾਕਰੀ ਜੇ ਚੱਲੇ ਖਸਮੈ ਪਾਏ, ਹੁਣ ਕਿਸ ਨੂੰ ਅਗਲੀ ਉਹ ਵਜਹੂ ਤੇ ਦੂਣਾ ਪਾਏ। ਖਸਮੈ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ, ਬਨੂ ਗਵਾਏ ਅਗਲਾ। ਮੂਹੇ ਮੂੰਹ ਪਾਣਾ ਖਾਏ, ਜਦਤਾ ਖਾਵਣਾ ਇਸ ਕਹੀਐ ਸ਼ਬਾਸ। ਨਾਨਕ ਹੁਕਮ ਚੱਲੇ ਨਾਲ ਖਸਮ ਚਲੇ ਅਰਦਾਸ ਚਲੇ, ਅਰਦਾਸ ਚਲੇ ਜਿਨਾ ਅੰਤ ਗੁਰਮੁਖ ਪ੍ਰੀਤ ਹੈ, ਤਿਨ ਹਰ ਰਖਣ ਹਾਰਾ ਰਾਮ ਰਾਜੇ। ਤਿਨ ਕੀ ਨਿੰਦਾ ਕੋਈ ਕਿਆ ਕਰੇ, ਜਿਨ ਹਰ ਨਾਮ ਪਿਆਰਾ। ਜਿਨ ਹਰ ਸੇਤੀ ਮਨ ਮਾਨਿਆ, ਸਭ ਦੁਸ਼ਟ ਚੱਕ ਮਾਰਾ। ਜਨ ਨਾਨਕ ਨਾਮ ਧਿਆਇਆ ਹਰਿ ਰਖਣ ਹਾਰਾ। ਜਨ ਨਾਨਕ ਨਾਮ ਧਿਆਇਆ ਹਰ ਰਖਣ ਹਾਰਾ। ਵਾਹਿ ਸ਼ਲੋਕ ਮਹੱਲਾ ਦੂਜਾ। ਇਕਣੀ ਦਾਤਾ ਆਪਸਤੇ ਜੋ ਪਾਈਐ ਨਾਨਕ ਸਾ ਕਰਮਾ। ਸਾਹਿਬ ਤੁਠੈ ਜੋ ਮਿਲੈ। ਮਹੱਲਾ ਦੂਜਾ। ਏਕ ਨਹੀਂ ਚੱਕਰ ਜਿਤੋ ਖਸ ਨਾ ਜਾਏ, ਨਾਨਕ ਸਿਵ ਕਾਂਡੀਐ ਸਿੱਧੀ ਖਸਮ ਸਮਾਏ ਪੌੜੀ। ਨਾਨਕ ਅੰਤਰੰਜਾ ਆਪਣੀ ਹਰਤਾ ਕੇ ਭਾਰਾਵਾਰ, ਆਪ ਕਰਾਏ ਸਾਖਤੀ ਫਿਰ ਆਪ ਕਰਾਏ ਮਾਰ। ਇੱਕ ਨਗਲ ਜਿਹੜੀਆਂ ਇੱਕ ਤੁਰ ਬਸਿਆਰ, ਆਪ ਕਰਾਏ ਕਰੇ ਆਪ ਹੋਗਾ ਸੋ ਕਰੀ ਪੁਕਾਰ। ਨਾਨਕ ਕਰਨਾ ਜਿਨ ਕੀਆ ਫਿਰ ਤਿਸੀ ਕਰਨੀ ਸਾਰ। ਰੱਬ ਕੀ ਰਜ਼ਾ ਮਨ ਸਿਰ ਉਪਰ, ਕਰਤਾ ਮਨ ਆਪ ਗਵਾਵੇ। ਮੁਸਲਮਾਨ ਕਹਾਵਨ ਮੁਸ਼ਕਿਲ, ਮੁਸਲਮਾਨ ਕਹਾਵਨ ਮੁਸ਼ਕਿਲ। ਜਾਹੂਏ ਤਾਂ ਮੁਸਲਮਾਨ ਕਹਾਵੇ। ਦੀਨ ਕਰ ਮੀਠਾ ਮਸਕਲ ਮਾਨਾ, ਮਾਨ ਮੁਸਾਵੇ ਮਸਕਲ ਮਾਨਾ, ਮਾਨ ਮੁਸਾਵੇ। ਰੱਬ ਕੀ ਰਜ਼ਾ ਮਨ ਸਿਰ ਉਪਰ, ਰੱਬ ਕੀ ਰਜ਼ਾ ਮਨ ਸਿਰ ਉਪਰ। ਕਰਤਾ ਮਨ ਮੈਂ ਆਪ ਗਵਾਵੇ, ਕਰਤਾ ਮਨ ਆਪ ਗਵਾਵੇ।
ਸੁਹਾਣੇ ਮਰਨ ਜੀਵਨ ਕਾ ਭਰਮ ਚੁਕਾਵੇ ਤੋ ਨਾਨਕ ਸਰਬ ਜੀਆ ਮਹਿਰਮਤ ਹੋਏ ਤਾ ਮੁਸਲਮਾਨ ਕਹਾਵੇ ਤੋ ਨਾਨਕ ਸਰਬ ਜੀਆ ਮਹਿਰਮਤ ਹੋਏ ਤਾ ਮੁਸਲਮਾਨ ਕਹਾਵੇ ਰੱਬ ਕੀ ਰਜ਼ਾ ਮਨ ਸਿਰ ਉਪਰ ਰੱਬ ਕੀ ਰਜ਼ਾ ਮਨ ਸਿਰ ਉਪਰ ਕਰਤਾ ਮਨ ਮੈਂ ਆਪ ਗਵਾਵੇ ਕਰਤਾ ਮਨ ਮੈਂ ਆਪ ਗਵਾਵੇ ਰੱਬ ਕੀ ਰਜ਼ਾ ਮਨ ਸਿਰ ਉਪਰ ਰੱਬ ਕੀ ਰਜ਼ਾ ਮਨ ਸਿਰ ਉਪਰ ਕਰਤਾ ਮਨ ਮੈਂ ਆਪ ਗਵਾਵੇ ਕਰਤਾ ਮਨ ਮੈਂ ਆਪ ਗਵਾਵੇ ਕਰਤਾ ਮਨ ਮੈਂ ਆਪ ਗਵਾਵੇ ਨਾ ਮੈਲਾ ਨਾ ਧੁੰਦਲਾ ਨਾ ਭਗਵਾ ਨਾ ਕੱਚ ਨਾਨਕ ਲਾਲੋ ਲਾਲ ਹੈ ਸੱਚੇ ਰੱਤਾ ਸੱਚ ਕਿਥੋਂ ਜਗਰ ਕੈ ਮੈਂ ਸਮਾਵੇ ਜੀਜਨ ਸਭ ਸੰਗੇ ਕੌਣ ਕੀਮਤ ਪਾਵੇ ਕਹਿੰਦੇ ਐ ਸੁਨਤ ਸੇ ਬਖ ਸੁਹਾਵੇ ਗਮ ਗੁਚਰ ਸਾਹਿਬੋ ਤੂੰ ਸਰਨ ਲਾਵੇ ਸੱਚ ਪੂਰਾ ਗੁਰੇ ਉਪਦੇਸਿਆ ਨਾਨਕ ਸੁਣਾਵੇ ਸੱਚ ਪੂਰਾ ਗੁਰੇ ਉਪਦੇਸਿਆ ਨਾਨਕ ਸੁਣਾਵੇ ਕਿਥੋਂ ਜੈ ਕਹਿ ਕੈ ਮਨ ਸਮਾਵੇ ਜੀਜਨ ਸਭ ਖਸਮ ਕੇ ਕੌਣ ਕੀਮਤ ਪਾਵੇ ਕਹਿਨ ਧਿਆਨ ਸੁਨੇ ਸੇ ਪਗ ਸੁਹਾਵੇ ਅਗਮ ਗੋਚਰ ਸਾਹਿਬੋ ਦੂਸਰ ਲਵੇ ਨਾ ਲਾਵੇ ਸੱਚ ਪੂਰੇ ਗੁਰੂ ਉਪਦੇਸਿਆ ਨਾਨਕ ਸੁਣਾਵੇ ਹਰ ਜੁਗ ਜੁਗ ਭਗਤੇ ਉਪਾਇਆ ਪੈਜ ਰੱਖਦਾ ਆ ਰਾਮ ਰਾਜੇ ਹਰ ਨਾਖਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਹੰਕਾਰੀ ਨਿੰਦਕਾਂ ਪੇਟ ਦੇ ਨਾਮ ਦੇ ਮੁਖ ਲਾਇਆ ਜਨਾਨ ਕੇ ਐਸਾ ਹਰ ਸੇਵਿਆ ਅੰਤ ਲੈ ਜੀ ਛਡਾਇਆ ਜਨ ਨਾਨਕ ਐਸਾ ਹਰ ਸੇਵਿਆ ਐਸਾ ਹਰ ਸੇਵਿਆ ਐਸਾ ਹਰ ਸੇਵਿਆ ਸ਼ਲੋਕ ਮਹਲਾ ਪਹਿਲਾ ਆਪੇ ਭਾਂਡੇ ਸਾਜਣ ਆਪੇ ਪੂਰਨ ਦੇ ਇਕ ਨੀ ਦੁੱਖ ਸਮਾਏ ਇੱਕ ਚੁਲਾ ਰਹਿਣ ਚੜੇ ਇੱਕ ਨਿਹਾਲੀ ਪੈ ਸਾਹਮਣੇ ਕੁੱਪਰ ਰਹਿਣ ਖੜੇ ਤਿਨਾ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ ਮਹਲਾ ਦੂਜਾ ਆਪੇ ਸਾਜੇ ਕਰੇ ਆਪ ਜੈ ਪੇ ਰਖਿਆ ਤਿਸ ਵਿ ਜੰਤ ਪੈ ਕ ਦਿਖੈ ਥਾਪ ਥਾਪ ਕਿਸ ਨੂੰ ਕਹੀਏ ਨਾਨਕਾ ਸਭ ਕਿਛ ਆਪੇ ਆਪ ਪੌੜੀ ਵੱਡੇ ਕਮੜਿਆਈਆਂ ਕਿਛ ਕਹਿਣਾ ਕਹਿਣ ਨ ਜਾਏ ਸੋ ਕਥਾ ਕਰੀਮ ਤੇ ਜੀਆਂ ਰਿਜਕ ਸਮਾਏ ਸਾਇਕਾਤ ਮਾਮਣੀ ਤੁਰ ਛੋਟੀ ਤਿੰਨੇ ਪਾਏ ਨਾਨਕ ਕੀ ਬਾਹਰੀ ਹੋਰ ਦੂਜੀ ਨਾਹੀ ਜਾਏ ਸੋ ਤਰੇ ਤਿਸੈ ਰਜਾਏ ਰਜਾ ਛੁਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਔੜੀ ਵੱਡੇ ਕੀਆਂ ਵੱਡੀਆਂ ਕਿਸ ਕਹਿਣਾ ਕਹਿਣਾ ਜਾਏ ਸੋ ਕਰਤਾ ਕਾਦਰ ਕਰੀਮ ਦੇਰ ਜੀ ਅਰਜਿਕ ਸੰਭਾਏ ਸਾਈਂ ਕਾ ਕਮਾਵਣੀ ਤੁਰ ਛੁੱਟੀ ਤਿੰਨੇ ਪਾਏ ਨਾਨਕ ਕੀ ਬਾਰੀ ਹੋਰ ਦੂਜੀ ਨਹੀਂ ਜਾਏ ਸੋ ਕਰੇ ਜਿਤ ਸਿਰ ਜਾਏ ਸੋ ਕਰੇ ਜਿਤ ਸਿਰ ਜਾਏ ਸੁਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ।
ਤੇਗ ਬਹਾਦਰ ਸਿਮਰਿਆ ਹਰ ਨਾਮ ਦਿਆਵੇ ਤਾਏ ਸਭ ਥਾਈ ਹੋਏ ਸਹਾਏ ਸਭ ਥਾਈ ਹੋਏ ਸਹਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿਠੇ ਸਭ ਦੁਖ ਜਾਏ ਜਿਸ ਡਿਠੇ ਸਭ ਦੁਖ ਜਾਏ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਹਰ ਨਾਮ ਦਿਆਵੇ ਤਾਏ ਸਭ ਥਾਈ ਹੋਏ ਸਹਾਏ ਸਭ ਥਾਈ ਹੋਏ ਸਹਾਏ ਸਭ ਥਾਈ ਹੋਏ ਸਹਾਏ ਸਭ ਥਾਈ ਹੋਏ ਸਹਾਏ ਤੇਗ ਬਹਾਦਰ ਸਿਮਰਿਆ ਹਰ ਨਾਮ ਦਿਆਵੇ ਤਾਏ ਸਭ ਥਾਈ ਹੋਏ ਸਹਾਏ ਸਭ ਥਾਈ ਹੋਏ ਸਹਾਏ ਸਭ ਥਾਈ ਹੋਏ ਸਹਾਏ ਵਾਹਿਗੁਰੂ। ਰਾਮ ਕਲੀ ਮਹਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੂਤੀ ਮਨ ਵਜੀਆਂ ਵਾਦਾਈਆਂ ਰਾਗ ਰਤਨ ਪਰਵਾਰ ਬਰੀਆਂ ਸ਼ਬਦ ਗਾਵਣਿਆ ਸ਼ਬਦ ਹੋਤਾ ਗਾਵ ਹਰੀ ਮੇਰਾ ਮਨ ਜਨੀ ਵਸਾਇ ਕਹਿ ਨਾਨਕ ਅੰਧ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਾਰ ਸਭ ਸਵਾਰਣਾ ਸਭਨਾ ਗਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲ ਸਾਚੇ ਸਾਹਿਬਾ ਕਿਆ ਨਹੀਂ ਕਰਦੇ ਰਹਿ ਕਰਤਾ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਚ ਨਾਮ ਮੇਰਾ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਏ ਵਸਿਆ ਜਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਘਰ ਸੁਭਾਗਾ ਘਰ ਸੁਭਾਗਾ ਸ਼ਬਦ ਵਾਜੇ ਕਰਾਜਿਤ ਕਰਤਾਰੀਆ ਪੰਜ ਦੂਤ ਦਵਾਸ ਕੀਤੇ ਕਾਲ ਕੰਟ ਮਾਰਿਆ ਦੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈਸ ਕੋ ਆਦਿਤ ਕਰਿ ਅਨਹਦ ਵਾਜੀ ਧਨ ਸਰੋਵਰ ਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿ ਸਤਿਗੁਰ ਰਹਾ ਪ੍ਰਭੂ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਾ ਤੂਰੇ ਸੋ ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ ਜਿਸ ਰਾਤ ਦੋਇ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਇਹ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਤੂੰ ਠਾਕੁਰੋ ਬੈਰਾਗਰੋ ਮੈਂ ਜੇਹੀ ਘਣ ਚੇਰੀ ਰਾਮ। ਤੂੰ ਸਾਗਰੋ ਰਤਨਾਗਰੋ ਹਉ ਸਾਰ ਨ ਜਾਣਾ ਤੇਰੀ ਰਾਮ।
ਸਾਰ ਨ ਜਾਣਾ ਤੂੰ ਵੱਡ ਦਾਣਾ, ਕਰ ਮਿਹਰਮਤ ਸਾਈ। ਕਿਰਪਾ ਕੀਜੈ ਸਾਮਤ ਦੀਜੈ, ਆਠ ਪਹਿਰ ਤੁਧ ਧਿਆਈ। ਗਰਬ ਨ ਕੀਜੈ ਰੇਣ ਹੋਵੀਜੈ, ਤਾਂ ਗਤ ਜੀਅਰੇ ਤੇਰੀ। ਸਭ ਉਪਰ ਨਾਨਕ ਕਾ ਠਾਕੁਰ, ਮੈਂ ਜਿਹੀ ਘਣ ਚੇਰੀ ਰਾਮ। ਸਭ ਉਪਰ ਨਾਨਕ ਕਾ ਠਾਕੁਰ, ਮੈਂ ਜਿਹੀ ਘਣ ਚੇਰੀ ਰਾਮ। ਕਬੀਰ ਐਸੀ ਹੋਏ ਪਰੀ, ਮਨ ਕੋ ਪਾਵਤ ਕੀਨ। ਮਰਨੇ ਤੇ ਕਿਆ ਡਰਪਣਾ, ਜਬ ਹਾਥ ਸਦੌਰਾ ਲੀਨ। ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹਉ ਤਿਸ ਪੈ ਆਪ ਵਿਚਾਈ। ਦਰਸ਼ਨ ਹਰ ਦੇਖਣ ਕੈ ਤਾਈ, ਕਿਰਪਾ ਕਰੇ ਤਾ ਸਤਿਗੁਰ ਮਿਲੈ, ਹਰ ਹਰ ਨਾਮ ਧਿਆਈ। ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ। ਨਾ ਤੁਮ ਡੋਲੋ ਨਾ ਹਮ ਗਿਰਤੇ, ਰਖ ਲੀਨੀ ਹਰ ਮੇਰੀ। ਸੁਕੋ ਟਲ ਗੁਰ ਸੇਵੀ, ਅਹਨਿਸ ਸਹਜ ਸੁਭਾਏ। ਦਰਸ਼ਨ ਪਰਸੈ ਗੁਰੂ ਕਾ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦਾ ਸ਼ਾਹੋ। ਜਿਸ ਪਾਸ ਬੈਠਿਆ ਸੋਹੀਆ, ਸਭਨਾ ਦਾ ਵੇਸਾਹੋ। ਜਿਸ ਪਾਸ ਬੈਠਿਆ ਸੋਹੀਆ, ਸਭਨਾ ਦਾ ਵੇਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਚੌਥਾ। ਹਰ ਹਰ ਨਾਮ ਸੀਤਲ ਜਲ ਧਿਆਵੋ, ਹਰ ਚੰਦਨ ਵਾਸ ਸੁਗੰਧ ਗੰਧਈਆ। ਮੇਲ ਸਤ ਸੰਗਤ ਪਰਮ ਪਦ ਪਾਇਆ, ਮੈਂ ਹਿਰਡ ਪਲਾਸ ਸੰਗ ਹਰ ਬੁਹੀਆ। ਹਰ ਹਰ ਨਾਮ ਸੀਤਲ ਜਲ ਧਿਆਵੋ, ਹਰ ਚੰਦਨ ਵਾਸ ਸੁਗੰਧ ਗੰਧਈਆ। ਮੇਲ ਸਤ ਸੰਗਤ ਪਰਮ ਪਦ ਪਾਇਆ, ਮੈਂ ਹਿਰਡ ਪਲਾਸ ਸੰਗ ਹਰ ਬੁਹੀਆ। ਜਪ ਜਗਨਨਾਥ ਜਗਦੀਸ਼ ਗੁਸਈਆ, ਸ਼ਰਨ ਪਰੇ ਸਈ ਜਨ ਉਬਰੇ। ਜਿਉ ਪ੍ਰਹਿਲਾਦ ਉਧਾਰ ਸਮਈਆ ਰਹਾਉ।
ਭਾਰ 18 ਮਹ ਚੰਦਨ ਊਤਮ ਚੰਦਨ ਨਿਕਟ ਸਭ ਚੰਦਨ ਹੋਈਆ ਸਾਕਤ ਕੂੜੇ ਊਬ ਸੁਖ ਹੁਏ ਮਨ ਅਭਿਮਾਨ ਵਿਛੁੜ ਦੂਰ ਗਈਆ ਹਰ ਗਤ ਮਿਤ ਕਰਤਾ ਆਪੇ ਜਾਣੈ ਸਭ ਭੇਦ ਹਰ ਹਰ ਆਪ ਬਨਈਆ ਜਿਸ ਸਤਿਗੁਰ ਭੇਟੇ ਸੋ ਕੰਚਨ ਹੋਵੈ ਜੋ ਧੁਰ ਲਿਖਿਆ ਸੋ ਮਿਟੈ ਨਾ ਮਿਟਈਆ ਰਤਨ ਪਦਾਰਥ ਗੁਰਮਤਿ ਪਾਵੈ ਸਾਗਰ ਭਗਤ ਭੰਡਾਰ ਖੁਲਈਆ ਗੁਰ ਚਰਣੀ ਇਕ ਸਰਦਾ ਉਪਜੀ ਮੈਂ ਹਰ ਗੁਣ ਕਹਤੇ ਤ੍ਰਿਪਤ ਨ ਭਈਆ ਪਰਮ ਬੈਰਾਗ ਨਿਤ ਨਿਤ ਹਰ ਧਿਆਏ ਮੈਂ ਹਰ ਗੁਣ ਕਹਤੇ ਭਾਵਨੀ ਕਹੀਆ ਬਾਰ ਬਾਰ ਖੇਨ ਖੇਨ ਪਲ ਕਹੀਐ ਹਰ ਪਾਰ ਨਾ ਪਾਵੈ ਪਰੈ ਪਰਈਆ ਸ਼ਾਸਤ ਵੇਦ ਪੁਰਾਨ ਪੁਕਾਰ ਹੈ ਧਰਮ ਕਰਹੁ ਖਟ ਕਰ ਮੰਦਿਰ ਢਈਆ ਮਨ ਮੁਖ ਪਾਖੰਡ ਭਰਮ ਬੇਗੂਤੇ ਲੋਭ ਲਹਿਰ ਨਾਵ ਭਾਰ ਬੁਡਈਆ ਨਾਮ ਜਪਹੁ ਨਾਮੇ ਗਤ ਪਾਵਹੁ ਸਿਮਰਤ ਸਾਸਤਰ ਨਾਮ ਨਿਰਢਈਆ ਹਉ ਮੈਂ ਜਾਏ ਤਾ ਨਿਰਮਲ ਹੋਵੈ ਗੁਰਮੁਖ ਪਰਚੈ ਪਰਮ ਪਦ ਪਈਆ ਇਹੋ ਜਗ ਬਰਨ ਰੂਪ ਸਭ ਤੇਰਾ ਜਿਤ ਲਾਭ ਹੈ ਸੇ ਕਰਮ ਕਮਈਆ ਨਾਨਕ ਜੰਤ ਬਜਾਏ ਵਾਜਹਿ ਜਿਤ ਭਾਵੈ ਤਿਤ ਰਾਹ ਚਲਈਆ ਇਹੋ ਜਗ ਬਰਨ ਰੂਪ ਸਭ ਤੇਰਾ ਜਿਤ ਲਾਭ ਹੈ ਸੇ ਕਰਮ ਕਮਈਆ ਨਾਨਕ ਜੰਤ ਬਜਾਏ ਬਾਜਹਿ ਜਿਤ ਭਾਵੈ ਤਿਤ ਰਾਹ ਚਲਈਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਕੁਲ ਆਲਮ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ महाराज जियों के पावन मुकद्दस स्थान गुरुद्वारा श्री दुख निवारण साहिब जी विखे साहिब श्री गुरु ग्रंथ साहिब महाराज सच्चे पातशाह जी की पवित्र गोद अंदर मिल बैठ करके पावन पवित्र हर जस कीर्तन आसा दी वार आए हुए पावन पवित्र श्री मुखवाक जी की कथा विचार लई महाराज जियों के पावन पवित्र चरण कमला पास आप उपस्थित हुए हो।
ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੋਢੀ ਸੁਲਤਾਨ ਗੁਰਦੇਵ ਜੀਆਂ ਦੇ ਪਾਵਨ ਪਵਿੱਤਰ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਹੋਏ ਇਹ ਪਾਵਨ ਪਵਿੱਤਰ ਸ਼ਬਦ ਰਾਗ ਬਿਲਾਵਲ ਅੰਦਰ ਹੁਣੇ ਸਰਵਣ ਕੀਤੇ ਹਨ। ਇਹਨਾਂ ਅਸਥਾਨਾਂ ਤੇ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਅੰਦਰ ਕੱਲ ਪੀਏ ਪਾਵਨ ਸ਼ਬਦ ਆਪਾਂ ਨੇ ਦਰਸ਼ਨ ਕੀਤੇ ਸਨ। ਅੱਜ ਸਤਿਗੁਰੂ ਜੀਆਂ ਨੇ ਮੁੱਖ ਵਾਕ ਰੂਪ ਵਿੱਚ ਬਖਸ਼ਿਸ਼ ਕੀਤਾ ਹੈ। ਇਸ ਤੋਂ ਪਹਿਲਾਂ ਕਿ ਪਾਵਨ ਪਵਿੱਤਰ ਮੁਬਾਰਕ ਸ਼ਬਦ ਦੀ ਆਪਾਂ ਵਿਚਾਰ ਕਰੀਏ, ਮਰਿਆਦਾ ਹੈ ਕਿ ਜੋ ਵੀ ਦਿਹਾੜਾ ਹੋਵੇ ਪ੍ਰਥਮ ਟੂਕ ਮਾਤਰ ਆਪਾਂ ਉਹਨਾਂ ਦਿਹਾੜਿਆਂ ਦੀ, ਉਹਨਾਂ ਸ਼ਹੀਦਾਂ ਨੂੰ, ਉਹਨਾਂ ਮੁਰੀਦਾਂ ਨੂੰ ਆਪਾਂ ਯਾਦ ਕਰਦੇ ਹਾਂ ਜਿਨ੍ਹਾਂ ਨੇ ਆਪਾ ਆਪ ਵਾਰਿਆ ਹੋਵੇ ਜਾਂ ਕੋਈ ਵੀ ਸਾਧ ਸੰਗਤ ਜਿਉ ਦਿਹਾੜਾ ਹੋਵੇ। ਅੱਜ ਦੇ ਦਿਨ 21 ਫਰਵਰੀ ਨੂੰ ਹਰ ਸਾਲ ਕੌਮ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰਦੀ ਹੈ ਜਿਨ੍ਹਾਂ ਦਾ ਜ਼ਿਕਰ ਆਪਾਂ ਦੋ ਵੇਲਿਆਂ ਦੀ ਅਰਦਾਸ ਵਿੱਚ ਕਰਨੇ ਹਾਂ। ਅਰਦਾਸ ਦਾ ਤੀਸਰਾ ਪਹਿਰਾ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਵਾਏ, ਪੜ੍ਹਨੇ ਹਾਂ ਅਰਦਾਸ ਦੇ ਅੰਦਰ ਕਿ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ। ਜੋ ਅਰਦਾਸ ਦਾ ਸਵਰੂਪ ਬਣਾਇਆ ਗਿਆ ਇਹ ਲਗਭਗ ਕੋਈ 1940 ਦੇ ਅੰਦਰ 30 ਤੋਂ ਲੈ ਕੇ 40 ਦੇ ਸਮੇਂ ਦੇ ਦੌਰਾਨ 35 ਤੋਂ 40 ਦੇ ਪੀਰੀਅਡ ਦੇ ਅੰਦਰ ਅਰਦਾਸ ਦਾ ਇਹ ਸਵਰੂਪ ਬਣਿਆ। ਪਹਿਲਾ ਪਦਾ ਤਾਂ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੀ ਰਚਿਤ ਚੰਡੀ ਦੀ ਵਾਰ ਵਿੱਚੋਂ ਪ੍ਰਥਮ ਭਗਉਤੀ ਸਿਮਰ ਕੈ ਵਾਲਾ, ਬਾਕੀ ਜੋ ਹੈ ਉਹ ਉਸ ਵਕਤ ਅਰਦਾਸ ਦਾ ਸਵਰੂਪ ਬਣਿਆ। ਜਿਨ੍ਹਾਂ ਨੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਹੀ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਇੱਕ ਤਾਂ ਦਿਹਾੜਾ ਹੈ ਸਾਧ ਸੰਗਤ ਜੀਓ ਨਨਕਾਣਾ ਸਾਹਿਬ ਦਾ। ਇਹ ਸਾਕਾ ਵਾਪਰੇ ਨੂੰ ਅੱਜ 101 ਸਾਲ ਹੋ ਗਿਆ ਹੈ। 1921 ਅੰਦਰ ਇਹ ਜਿਹੜਾ ਸਾਕਾ ਸੀ ਇਹ ਵਾਪਰਿਆ, ਔਰ ਦੂਸਰਾ ਜਿਹੜਾ ਹੈ ਉਸ ਵਾਪਰੇ ਹੋਏ ਸਾਕੇ ਨੂੰ ਅਜੇ 100 ਸਾਲ ਨਹੀਂ ਪੂਰੇ ਹੋਏ, ਉਸ ਵਾਪਰੇ ਹੋਏ ਸਾਕੇ ਨੂੰ ਅਜੇ 99 ਸਾਲ ਹੋਏ ਹਨ। ਪਰ ਜਿਸ ਤਰ੍ਹਾਂ ਆਪਣੇ ਦਿਲਾਂ ਤੋਂ ਉਹਨਾਂ ਮਹਾਨ ਸ਼ਹੀਦਾਂ ਨੂੰ ਭੁਲਾ ਦਿੱਤਾ ਗਿਆ, ਕਿਤੇ ਅਜਿਹਾ ਨਾ ਹੋਏ ਕਿਤੇ ਉਹਨਾਂ ਦੀ ਕੁਰਬਾਨੀ ਆਪਣੇ ਜਿਹਨ ਦੇ ਵਿੱਚੋਂ ਸਦਾ ਲਈ ਕਿਤੇ ਦੂਰ ਹੋ ਜਾਏ। ਨਨਕਾਣਾ ਸਾਹਿਬ ਦਾ ਸਾਕਾ ਵਾਪਰਿਆ। ਨਨਕਾਣਾ ਸਾਹਿਬ ਦੇ ਉਸ ਪਾਵਨ ਪਵਿੱਤਰ ਅਸਥਾਨ ਤੇ ਜਿੱਥੋਂ ਇੱਕੋ ਘੰਟੇ ਦੇ ਅੰਦਰ ਲਗਭਗ 150 ਦੇ ਕਰੀਬ ਗੁਰੂ ਕੇ ਸਿੰਘਾਂ ਨੇ ਸ਼ਹਾਦਤ ਦਾ ਜਾਮ ਪੀਤਾ। 150 ਦੇ ਕਰੀਬ ਦਰਬਾਰ ਸਾਹਿਬ ਦੇ ਅੰਦਰ, ਨਨਕਾਣਾ ਸਾਹਿਬ ਦੇ ਅੰਦਰ। ਇਹ ਸਾਕੇ ਵਾਪਰੇ ਕਿਉਂ? ਕੀ ਇਹ ਸਾਕੇ ਵਾਪਰਨ ਤੋਂ ਟਾਲਾ ਨਹੀਂ ਸੀ ਹੋ ਸਕਦਾ, ਜਾਂ ਇਹਦੇ ਪਿੱਛੇ ਕਿਹੜਾ ਹੱਥ ਸੀ? ਇਹਦੇ ਵਿਸਥਾਰ ਦੇ ਅੰਦਰ ਕਈ ਕਿਤਾਬਾਂ ਲਿਖੀਆਂ ਗਈਆਂ ਹਨ।
ਥੋੜਾ ਜਿਹਾ ਬਸ ਟੂਕ ਮਾਤਰ ਸਾਧ ਸੰਗਤ ਜੀਓ ਆਪ ਸੰਗਤ ਜੀ ਦੇ ਨਾਲ ਸਾਂਝ ਪਾਉਣੀ ਹੈ। ਔਰ ਜੋ ਜੈਤੋਂ ਦਾ ਮੋਰਚਾ ਸੀ ਇਹ ਲੱਗਾ ਸੀ ਸ਼੍ਰੀ ਅਖੰਡ ਪਾਠ ਸਾਹਿਬ ਜਦੋਂ ਅਖੰਡਤ ਕੀਤਾ ਅੰਗਰੇਜ਼ ਸਰਕਾਰ ਨੇ। ਮਹਾਰਾਜਾ ਹੀਰਾ ਸਿੰਘ ਨਾਭਾ ਹੋਏ, ਉਹਨਾਂ ਦਾ ਪੁੱਤਰ ਸੀ ਰਿਪੁਦਮਨ ਸਿੰਘ। ਰਿਪੁਦਮਨ ਸਿੰਘ ਅੰਗਰੇਜ਼ਾਂ ਦੀ ਈਨ ਨਹੀਂ ਸੀ ਮੰਨਦਾ। ਜਿੱਦਣ ਉਹ ਆਸਣ ਤੇ ਵੀ ਬੈਠਾ ਸੀ, ਜਿੱਦਣ ਰਾਜ ਗੱਦੀ ਤੇ ਵੀ ਬੈਠਾ ਸੀ, ਇਹਨੇ ਅੰਗਰੇਜ਼ਾਂ ਨੂੰ ਸੱਦਾ ਨਾ ਦਿੱਤਾ ਮਹਾਰਾਜਾ ਰਿਪੁਦਮਨ ਸਿੰਘ ਨੇ। ਅੰਗਰੇਜ਼ਾਂ ਨੇ ਕਿਹਾ ਤੂੰ ਸਾਨੂੰ ਬੁਲਾਇਆ ਕਿਉਂ ਨਹੀਂ? ਵੀ ਸਾਰੀ ਕਾਰ ਮੁਖਤਿਆਰੀ ਜਾਂ ਸਾਡੇ ਅੰਡਰ ਹੋਣੀ ਸੀ। ਉਹਨਾਂ ਕਿਹਾ ਮੈਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਰਾਜ ਗੱਦੀ ਦੇ ਉੱਪਰ ਬੈਠਾ ਹਾਂ, ਮੈਨੂੰ ਹੋਰ ਕਿਸੇ ਦੀ ਲੋੜ ਕੋਈ ਨਹੀਂ। ਕਰਦਿਆਂ ਕਰਾਂਦਿਆਂ ਕਿ ਇਹਨਾਂ ਨੇ ਮਹਾਰਾਜਾ ਰਿਪੁਦਮਨ ਸਿੰਘ ਦੇ ਨਾਲ ਅੰਗਰੇਜ਼ ਸਰਕਾਰ ਨੇ ਇਸੇ ਗੱਲ ਦੀ ਖੁੰਦਕ ਰੱਖੀ ਔਰ ਇਹਨਾਂ ਨੇ ਮਹਾਰਾਜਾ ਰਿਪੁਦਮਨ ਸਿੰਘ ਨੂੰ 1923 ਅੰਦਰ ਰਾਜ ਗੱਦੀ ਤੋਂ ਲਾ ਕੇ ਜੋ ਨਾਭਾ ਰਿਆਸਤ ਸੀ ਇਹਨਾਂ ਨੇ ਆਪਣੇ ਅੰਡਰ ਕਰ ਲਈ। ਇਸੇ ਰੋਸ ਦੇ ਅੰਦਰ ਐਜੀਟੇਸ਼ਨਾਂ ਸ਼ੁਰੂ ਹੋ ਗਈਆਂ। ਜੈਤੋਂ ਦੇ ਅਸਥਾਨ ਤੇ ਉੱਥੇ ਗੁਰੂ ਕੇ ਲਾਲ ਇਕੱਠੇ ਹੋਏ, ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ। ਅੰਗਰੇਜ਼ ਸਰਕਾਰ ਨੇ ਚੱਲਦੇ ਹੋਏ ਸ਼੍ਰੀ ਅਖੰਡ ਪਾਠ ਸਾਹਿਬ ਤੋਂ ਪਾਠੀ ਸਿੰਘ ਨੂੰ ਧੂ ਕੇ ਲਾਂਭੇ ਕਰ ਦਿੱਤਾ। ਜਦੋਂ ਕੌਮ ਦੇ ਅੰਦਰ ਇਹ ਗੱਲ ਆਈ ਕਿ ਹੁਣ ਪਹਿਲੀ ਗੱਲ ਤਾਂ ਪਾਸੇ ਰਹਿ ਗਈ, ਮਹਾਰਾਜਾ ਰਿਪੁਦਮਨ ਸਿੰਘ ਵਾਲੀ ਗੱਲ ਤਾਂ ਲਾਂਭੇ ਰਹਿ ਗਈ, ਹੁਣ ਬਾਤ ਆਈ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਬਾਣੀ ਨੂੰ ਜਦੋਂ ਅਖੰਡ ਪਾਠ ਸਾਹਿਬ ਨੂੰ ਅਖੰਡਤ ਕੀਤਾ, ਫਿਰ ਗੁਰੂ ਕੇ ਲਾਲਾਂ ਨੇ ਅੰਤ ਤੱਕ ਇਹ ਤਹਈਆ ਕੀਤਾ ਕਿ ਭਾਵੇਂ ਕਿਤਨੀਆਂ ਵੀ ਕੁਰਬਾਨੀਆਂ ਕਰਨੀਆਂ ਪੈ ਜਾਣ, ਜੈਤੋਂ ਦੇ ਅਸਥਾਨ ਤੇ ਉੱਥੇ ਜਾ ਕੇ ਸ਼੍ਰੀ ਅਖੰਡ ਪਾਠ ਸਾਹਿਬ ਵੀ ਜ਼ਰੂਰ ਕਰਾਂਗੇ ਔਰ ਹੋਈ ਇਸ ਬੇਅਦਬੀ ਦਾ ਬਦਲਾ ਵੀ ਅਸੀਂ ਜ਼ਰੂਰ ਲਵਾਂਗੇ। ਇਹ ਜਿਹੜੀ ਐਜੀਟੇਸ਼ਨ ਸੀ ਇਹ ਲਗਭਗ 1923 ਦੇ ਅੰਦਰ, ਜੋ ਅੱਜ 21 ਫਰਵਰੀ 1923 ਨੂੰ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪਹਿਲਾ ਜਥਾ ਗਿਆ, ਪਹਿਲੇ ਜਥੇ ਦੇ ਉੱਪਰ ਉਹਨਾਂ ਨੇ, ਕਿਉਂਕਿ ਇਹ ਤਾਂ ਅਰਦਾਸ ਬੇਨਤੀ ਜੋਦੜੀ ਕਰਕੇ ਤੁਰੇ ਸਨ ਕਿ ਅਸਾਂ ਨੇ ਕਿਸੇ ਉੱਪਰ ਹੱਥ ਨਹੀਂ ਚੁੱਕਣਾ, ਪਹਿਲੇ ਜਥੇ ਉੱਪਰ ਜਦੋਂ ਗੋਲੀਆਂ ਦੀ ਵਿਛਾੜ ਕੀਤੀ, ਲਗਭਗ 30 ਦੇ ਕਰੀਬ ਸਿੰਘਾਂ ਨੇ ਉੱਥੇ ਸ਼ਹਾਦਤ ਪਾਈ ਅੱਜ ਪਹਿਲੇ ਦਿਨ। ਹਾਲਾਂਕਿ ਇਹ ਸ਼ਹੀਦਾਂ ਦੀ ਗਿਣਤੀ ਬੜੀ ਲੰਬੇਰੀ ਹੈ। ਇਸ ਹਿੰਦੁਸਤਾਨ ਦੀ ਆਜ਼ਾਦੀ ਦੇ ਅੰਦਰ ਬਹੁਤ ਵੱਡਾ ਇੱਕ ਯੋਗਦਾਨ ਹੈ। ਉਹ ਗੱਲ ਵੱਖਰੀ ਕਿ ਆਪਾਂ ਖੁਦ ਹੀ ਨਹੀਂ ਇਸ ਗੱਲ ਨੂੰ ਪੜ੍ਹਦੇ, ਹੋਰਨਾਂ ਨੂੰ ਤਾਂ ਦੱਸਣਾ ਕਿੱਥੇ ਇਸ ਗੱਲ ਦੇ ਬਾਬਤ, ਆਪਾਂ ਆਪ ਹੀ ਖੁਦ ਹੀ ਅਜੇ ਇਸ ਬਾਤ ਤੋਂ ਦੂਰ ਹਾਂ। ਸਾਧ ਸੰਗਤ ਜੀਓ, ਨਨਕਾਣਾ ਸਾਹਿਬ ਦਾ ਸਾਕਾ ਵਾਪਰਿਆ 1921 ਅੰਦਰ। ਉਸ ਤੋਂ ਪਹਿਲਾਂ ਜਿਹੜੀ ਇਹਨਾਂ ਦੀ ਸੇਵਾ ਸੰਭਾਲ ਸੀ ਉਹ ਉਦਾਸੀ ਮਹਾਤਮਾ ਦੇ ਕੋਲ, ਇਹਨਾਂ ਪਾਵਨ ਸਥਾਨਾਂ ਦੀ, ਹਰਮੰਦਰ ਸਾਹਿਬ ਦਰਬਾਰ ਸਾਹਿਬ ਦੀ, ਨਨਕਾਣਾ ਸਾਹਿਬ ਦੀ, ਤਰਨ ਤਾਰਨ ਗੁਰਦੁਆਰਾ ਬਾਬੇ ਕੀ ਬੇਰ, ਸਿਆਲਕੋਟ, ਪੰਜਾ ਸਾਹਿਬ, ਹਸਨ ਅਬਦਾਲ, ਜਿੰਨੇ ਵੀ ਅਸਥਾਨ ਸਨ, ਕਿਉਂਕਿ ਇਹਨਾਂ ਅਸਥਾਨਾਂ ਦੇ ਨਾਮ ਤੇ ਲੱਗੀਆਂ ਸਨ ਵੱਡੀਆਂ ਜਗੀਰਾਂ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ। ਪਰ ਗੁਰੂ ਕੇ ਲਾਲ ਉਹਨਾਂ ਸਥਾਨਾਂ ਤੇ ਸੇਵਾਵਾਂ ਨਹੀਂ ਸਨ ਨਿਭਾਉਂਦੇ, ਮਹੰਤ ਉਹਨਾਂ ਥਾਵਾਂ ਤੇ ਸੇਵਾਵਾਂ ਨਿਭਾਉਣ ਵਾਲੇ ਸਨ। ਮਹੰਤਾਂ ਦੀ ਇੱਕ ਪਹਿਲਾਂ ਵੱਡੀ ਕੁਰਬਾਨੀ ਸੀ ਪੰਥ ਦੇ ਅੰਦਰ, ਜਿਨ੍ਹਾਂ ਨੇ ਸੇਵਾਵਾਂ ਘਾਲੀਆਂ ਪਰ ਸਮੇਂ ਦੇ ਨਾਲ ਆਚਰਣ ਤੋਂ ਡਿੱਗ ਗਏ, ਨਸ਼ਿਆਂ ਵਿੱਚ ਪੈ ਗਏ, ਆਚਰਣ ਤੋਂ ਡਿੱਗੇ ਹੋਏ ਗੁਰੂ ਘਰਾਂ ਦੇ ਅੰਦਰ ਮੰਦ ਕਰਮ ਕਰਨ ਲੱਗੇ। ਜਦੋਂ ਪੰਥ ਦੇ ਕੋਲ ਇਹ ਗੱਲਾਂ ਪਹੁੰਚੀਆਂ, ਉਹਨਾਂ ਨੇ ਤਹਈਆ ਕੀਤਾ ਕਿ ਆਪਾਂ ਉਹਨਾਂ ਅਸਥਾਨਾਂ ਨੂੰ ਜ਼ਰੂਰ ਆਜ਼ਾਦ ਕਰਵਾਉਣਾ ਹੈ। 1919 ਅੰਦਰ ਆਪਣਾ ਜਲਿਆਂਵਾਲੇ ਬਾਗ ਦੇ ਅੰਦਰ ਇੱਕ ਜਲਸਾ ਹੋਇਆ, ਜਿਨ੍ਹਾਂ ਨੂੰ ਲੋਕਾਂ ਨੇ ਕਿਹਾ ਵੀ ਅਖੌਤੀ ਜਾਤੀ ਦੇ ਵਿੱਚੋਂ, ਨੀਵੀਂ ਛੂਦਰ ਜਾਤੀ ਦੇ ਵਿੱਚੋਂ ਲੋਕ ਨੇ, ਉਹ ਗੁਰੂ ਕੇ ਪਿਆਰੇ ਅੰਮ੍ਰਿਤ ਛਕ ਕੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਦਰਬਾਰ ਅਸਥਾਨ ਤੇ ਗਏ। ਪਾਵਨ ਪਵਿੱਤਰ ਜਦੋਂ ਹਰਮੰਦਰ ਸਾਹਿਬ ਉਹ ਪਹੁੰਚਦੇ ਨੇ ਤੇ ਉੱਥੇ ਜਾ ਕੇ ਸਰਬਰਾ ਅਰੂੜ ਸਿੰਘ ਸੀ,
ਉਹਨਾਂ ਨੂੰ ਉਸ ਥਾਂ ਤੇ ਜਾ ਕੇ ਕਿਹਾ ਕਿ ਅੰਦਰ ਜਿਹੜਾ ਗ੍ਰੰਥੀ ਸਿੰਘ ਸੀ ਭਾਈ, ਇਹ ਗੁਰੂ ਕੇ ਪਿਆਰੇ ਅੱਜ ਅੰਮ੍ਰਿਤ ਛਕ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਪੰਥ ਵਿੱਚ ਸਵਾਰ ਹੋਏ ਨੇ, ਬੇੜੇ ਵਿੱਚ ਸਵਾਰ ਹੋਏ ਨੇ, ਤੁਸੀਂ ਇਹਨਾਂ ਦੀ ਅਰਦਾਸ ਕਰੋ। ਉਹਨਾਂ ਵਿੱਚੋਂ ਇੱਕ ਬੋਲਿਆ, ਕਹਿੰਦੇ ਜਿਹੜੇ ਨੀਵੀਂ ਜਾਤੀਆਂ ਵਾਲੇ ਨੇ ਇਹਨਾਂ ਦੀ ਅਰਦਾਸ ਦਾ ਸਮਾਂ ਲੰਘ ਗਿਆ ਹੈ। ਵਿੱਚੋਂ ਜਿਹੜੇ ਦਾਨਸ਼ਵਰ ਸਨ ਕਹਿੰਦੇ ਸਾਨੂੰ ਦੱਸੋ ਕਿ ਗੁਰੂ ਘਰਾਂ ਦੇ ਅੰਦਰ ਅਰਦਾਸਾਂ ਦਾ ਵੀ ਸਮਾਂ ਤੁਸੀਂ ਬੰਨ੍ਹ ਦਿੱਤਾ ਵੀ ਇੰਨੇ ਵਜੇ ਫਲਾਣੇ ਦੀ ਅਰਦਾਸ ਹੋਵੇਗੀ, ਇੰਨੇ ਵਜੇ ਫਲਾਣਿਆਂ ਦੀ ਅਰਦਾਸ ਹੋਵੇਗੀ। ਜਦੋਂ ਚੱਲਦੀ ਹੋਈ ਗੱਲ, ਕੀਰਤਨ ਰੁਕਿਆ, ਚੱਲਦੀ ਹੋਈ ਇੱਕੋ ਦਮ ਤਕਰਾਰ ਹੋਈ। ਉੱਥੇ ਹੀ ਖਲੋਤੇ ਸਨ ਖਾਲਸਾ ਕਾਲਜ ਦੇ ਉਥੋਂ ਦੇ ਪ੍ਰੋਫੈਸਰ ਸਨ, ਉਹ ਸਾਰੇ ਇਕੱਠੇ ਹੋ ਕੇ ਉਹਨਾਂ ਕਿਹਾ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਤੇ ਤਕਰਾਰ ਨਾ ਕਰੋ, ਆਓ ਬੇਨਤੀ ਕਰੀਏ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀਆਂ ਦੇ ਚਰਨ ਕਮਲਾਂ ਪਾਸ। ਖਾਲਸਾ ਕਾਲਜ ਦੇ ਪ੍ਰੋਫੈਸਰ ਨੇ ਅਰਦਾਸ ਕੀਤੀ। ਇਹ 1919 1819 ਦੀਆਂ ਘਟਨਾਵਾਂ ਨੇ, ਅਜੇ ਇਹ ਸਾਕੇ ਵਾਪਰੇ ਨਹੀਂ ਸਨ, ਉਸ ਤੋਂ ਪਹਿਲਾਂ ਦੀ ਜਿਹੜੀ ਪਿੱਠ ਭੂਮੀ ਸੀ ਇਹਦੀ। ਉਹਨਾਂ ਨੇ ਅਰਦਾਸ ਕੀਤੀ, ਸਾਧ ਸੰਗਤ ਜੀ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਬਾਣੀ ਵਿੱਚੋਂ ਮੁੱਖ ਵਾਕ ਲਿਆ, ਸੂਰਠ ਮਹੱਲਾ ਤੀਜਾ, ਨੇ ਗੁਣਿਆਂ ਨੂੰ ਆਪੇ ਬਖਸ਼ ਲੈ ਭਾਈ, ਸਤਿਗੁਰ ਕੀ ਸੇਵਾ ਲਾਏ। ਮਹਾਰਾਜ ਕਹਿੰਦੇ ਭਾਈ ਜਿਹੜਾ ਵੀ ਇਸ ਥਾਂ ਤੇ ਆਏ ਉਹ ਧਾ ਕੇ ਗੁਰੂ ਦੇ ਚਰਨੀ ਆਣ ਕੇ ਪਵੇ। ਗੁਰੂ ਤਾਂ ਸਾਰਿਆਂ ਨੂੰ ਆਪਣੇ ਗਲੇ ਨਾਲ ਲਾਉਂਦਾ ਹੈ। ਇਹ ਲੋਕ ਕੌਣ ਨੇ ਕਹਿਣ ਵਾਲੇ ਵੀ ਗੁਰੂ ਨੇ ਇਹਨਾਂ ਨੂੰ ਆਪਣੇ ਪੰਥ ਵਿੱਚ, ਆਪਣੇ ਕਲਾਵੇ ਵਿੱਚ ਨਹੀਂ ਲਿਆ। ਸਾਧ ਸੰਗਤ ਜੀਓ, ਦਰਬਾਰ ਸਾਹਿਬ ਦੀ ਸੇਵਾ ਸੰਭਾਲ ਗੁਰੂ ਕੇ ਪੰਥ ਨੂੰ ਮਿਲੀ। ਉਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਗੁਰੂ ਕੇ ਪੰਥ ਨੂੰ ਮਿਲੀ। ਇੱਥੋਂ ਹੀ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਮੁੱਢ ਸੀ ਨਾ, ਇੱਥੋਂ ਹੀ ਵੱਜ ਗਿਆ, ਆਰੰਭ ਹੋ ਗਿਆ। ਸਾਧ ਸੰਗਤ ਜੀਓ, ਇੱਕ ਦੋ ਘਟਨਾਵਾਂ ਐਸੀਆਂ ਵਾਪਰੀਆਂ ਨਨਕਾਣਾ ਸਾਹਿਬ ਦੇ ਅਸਥਾਨ ਤੇ, ਕਿਉਂਕਿ ਉੱਥੋਂ ਦਾ ਮਹੰਤ ਨਰੈਣੂ ਦਾਸ ਸੀ। ਨਾ ਤਾਂ ਉਹਦਾ ਨਰਾਇਣ ਦਾਸ ਸੀ, ਪਰ ਉਹਦੇ ਕੁਕਰਮਾਂ ਕਰਕੇ ਲੋਕਾਂ ਨੇ ਉਹਨੂੰ ਨਾਮ ਨਰੈਣੂ ਕਹਿਣਾ ਸ਼ੁਰੂ ਕਰ ਦਿੱਤਾ। ਇੱਕ ਵਾਰ ਨਾ ਉੱਥੇ ਕੋਈ ਸਿੰਧੀ ਜੱਜ ਰਿਟਾਇਰ ਹੋ ਕੇ ਆਇਆ, ਉਹ ਉੱਥੇ ਰਾਤ ਰਿਹਾ। ਉਹਦੇ ਪਰਿਵਾਰ ਦੇ ਨਾਲ ਉਹਨਾਂ ਨੇ ਬੇਅਦਬੀ ਕੀਤੀ। ਸਿੰਧੀ ਜੱਜ ਆਣ ਕੇ ਕਾਲ ਤਖਤ ਸਾਹਿਬ ਤੇ ਰੋਇਆ। ਉਹਨੇ ਆਣ ਕੇ ਪੰਥ ਨੂੰ ਫਰਿਆਦ ਕੀਤੀ, ਖਾਲਸਾ ਜੀ, ਆਪਾਂ ਤਾਂ ਲੋਕਾਂ ਦੀਆਂ ਧੀਆਂ ਬਹੁ ਬੇਟੀਆਂ ਬਚਾਉਣ ਵਾਲੇ ਸਾਂ, ਤੇ ਅੱਜ ਆਪਣੇ ਥਾਵਾਂ ਤੇ ਆਪਣੇ ਨਾਲ ਇਹ ਕੰਮ ਉੱਥੇ ਹੋਣ ਲੱਗ ਗਿਆ ਨਨਕਾਣਾ ਸਾਹਿਬ। ਉਦੋਂ ਨਾ ਪੰਥ ਨੂੰ ਪਹਿਲਾਂ ਵੀ ਇਹਨਾਂ ਬਾਤਾਂ ਦੀ ਖਬਰ ਸੀ। ਇਹਨਾਂ ਨੇ ਕਿਹਾ ਵੀ ਕਿਵੇਂ ਨਾ ਕਿਵੇਂ, ਕਿਉਂਕਿ ਉਹਦੇ ਪਿੱਛੇ ਬਹੁਤਾਤ ਵਿੱਚ ਜਿਹੜਾ ਥਾਪੜਾ ਸੀ ਉਹ ਸੀ ਅੰਗਰੇਜ਼ਾਂ ਦਾ, ਮਹੰਤ ਨਰੈਣੂ ਦੇ। ਕਿਉਂਕਿ ਪਾਤਸ਼ਾਹ ਜੀ ਦੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਅਸਥਾਨ ਤੇ ਭੋਏ ਬਹੁਤ ਸੀ, ਜ਼ਮੀਨ ਜਾਇਦਾਦ ਬੜੀ ਸੀ, ਉਹਦੇ ਵਿੱਚੋਂ ਕੁਝ ਨਾ ਕੁਝ ਉਹ ਗੁੰਡਿਆਂ ਅਨਸਰਾਂ ਨੂੰ ਦੇ ਦਿੰਦਾ। ਇਹਨਾਂ ਨੇ ਕਿਹਾ ਵੀ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਪਾਵਨ ਅਸਥਾਨ ਨੂੰ ਅਸੀਂ ਜ਼ਰੂਰ ਆਜ਼ਾਦ ਕਰਾਉਣਾ ਹੈ। ਸਾਰੀ ਵਿਚਾਰ ਹੋਈ। 5 ਤੇ 6 ਮਾਰਚ ਨੂੰ ਸਮੁੱਚਾ ਪੰਥ ਨਨਕਾਣਾ ਸਾਹਿਬ ਜਾਏਗਾ ਤੇ ਜਾ ਕੇ ਉਥੋਂ ਦੀ ਸੇਵਾ ਸੰਭਾਲ ਆਪਣੇ ਹੱਥਾਂ ਵਿੱਚ ਲੈ ਲਵੇਗਾ। ਜਦੋਂ ਇੰਨੀ ਗੱਲ ਹੋਈ, ਇੱਕ ਇਹਨਾਂ ਵਿੱਚੋਂ ਜਿਨ੍ਹਾਂ ਨੂੰ ਆਪਾਂ ਪੜ੍ਹਨੇ ਹਾਂ ਨਾ ਅਰਦਾਸ ਵਿੱਚ ਵੀ, ਜਿਨ੍ਹਾਂ ਬਾਬਤ ਆਪਾਂ ਪੜ੍ਹਨੇ ਆ, ਜਿਨ੍ਹਾਂ ਨੂੰ ਜਿਉਂਦਿਆਂ ਜੀ ਜੰਡ ਨਾਲ ਬੰਨ੍ਹ ਕੇ ਸਾੜਿਆ ਗਿਆ, ਉਹਨੇ ਭਾਈ ਲਛਮਣ ਸਿੰਘ ਜੀ ਧਾਰੋਵਾਲ। ਖਾਲਸਾ ਜੀ, ਇਹ ਆਪਣਾ ਇਤਿਹਾਸ ਹੈ ਅਤੇ ਵਾਪਰੇ ਹੋਏ ਨੂੰ ਵੀ ਕੋਈ ਇੰਨਾ ਨਹੀਂ ਵੀ ਕਈ 100 ਸਦੀਆਂ ਵਾਪਰ ਗਈਆਂ ਹੋਣ। ਅਜੇ ਵਾਪਰਿਆਂ ਨੂੰ ਅੱਜ 101 ਸਾਲ ਹੋਇਆ ਹੈ ਅੱਜ ਦੇ ਦਿਨ। ਜਦੋਂ ਇੰਨੀ ਗੱਲ ਹੋਈ, ਭਾਈ ਲਛਮਣ ਸਿੰਘ ਧਾਰੋਵਾਲ, ਇੱਕ ਇਹਨਾਂ ਵਿੱਚੋਂ ਹੋਏ ਕਰਤਾਰ ਸਿੰਘ ਜੀ ਝੱਬਰ, ਇੱਕ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਜਿਹੜੇ ਅਸਥਾਨ ਤੇ ਸੱਚਾ ਸੌਦਾ ਕੀਤਾ, ਉਸ ਅਸਥਾਨ ਦਾ ਨਾਮ ਚੂੜਕਾਣਾ, ਜਿੱਥੇ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਖਰਾ ਸੌਦਾ ਕੀਤਾ, ਉਥੋਂ ਦੇ ਹੋਏ ਸਰਦਾਰ ਤੇਜਾ ਸਿੰਘ ਜੀ ਚੂੜਕਾਣਾ। ਜਦੋਂ ਇਹਨਾਂ ਕੋਲ ਗੱਲ ਪਹੁੰਚੀ, ਇਹਨਾਂ ਨੇ ਕਿਹਾ ਵੀ ਚਲੋ ਠੀਕ ਹੈ, ਜੇ ਪੰਥ ਨੇ ਕਿਹਾ 5 ਤੇ 6 ਮਾਰਚ ਨੂੰ ਜਾਵਾਂਗੇ ਨਨਕਾਣਾ ਸਾਹਿਬ। ਇਹਨਾਂ ਵਿੱਚੋਂ ਪਤਾ ਲੱਗ ਗਿਆ, ਕਹਿੰਦੇ ਜਿਸ ਦਿਨ ਆਪਾਂ ਉੱਥੇ ਜਾਵਾਂਗੇ, ਨਰੈਣੂ ਮਹੰਤ ਨੇ ਅੰਗਰੇਜ਼ ਸਰਕਾਰ ਨੂੰ ਬੁਲਾ ਕੇ, ਆਪਣੇ ਗੁੰਡਿਆਂ ਅਨਸਰਾਂ ਨੂੰ ਬੁਲਾ ਕੇ, ਜਿਤਨੇ ਵੀ ਆਗੂ ਜਾਣਗੇ ਉਹਨਾਂ ਸਾਰਿਆਂ ਨੂੰ ਖਤਮ ਕਰਨ ਦਾ ਤਹਈਆ ਉਹਨੇ ਉੱਥੇ ਕੀਤਾ ਹੋਇਆ ਹੈ। ਇਹਨਾਂ ਤਿੰਨਾਂ ਨੇ ਫਿਰ ਮਸ਼ਵਰਾ ਕੀਤਾ, ਕਹਿੰਦੇ ਕੀ ਕਰੀਏ। ਇਹਨਾਂ ਕਿਹਾ ਵੀ ਕਿਉਂ ਨਾ ਆਪਾਂ ਇਸ ਜਥੇ ਦੇ ਜਾਣ ਤੋਂ ਪਹਿਲਾਂ ਆਪਾਂ ਉੱਥੇ ਜਾਈਏ। 1920 ਦੇ ਅੰਦਰ ਘਟਨਾਵਾਂ ਵਾਪਰੀਆਂ।
1921 ਚੜਿਆ, ਜਨਵਰੀ ਦਾ ਮਹੀਨਾ ਲੰਘਿਆ, ਇਹਨਾਂ ਨੇ ਸਲਾਹ ਬਣਾਈ ਕਿ 19 ਤਥਾ 20 ਫਰਵਰੀ ਨੂੰ ਆਪਾਂ ਨਨਕਾਣਾ ਸਾਹਿਬ ਜਾਵਾਂਗੇ। ਭਾਈ ਲਛਮਣ ਸਿੰਘ ਧਾਰੋਵਾਲ, ਭਾਈ ਤੇਜਾ ਸਿੰਘ ਜੀ ਚੂੜਕਾਣਾ ਤੇ ਸਰਦਾਰ ਕਰਤਾਰ ਸਿੰਘ ਜੀ ਝੱਬਰ। ਸਰਦਾਰ ਲਛਮਣ ਸਿੰਘ ਧਾਰੋਵਾਲ ਨੇ ਤੁਰਨਾ ਸੀ ਗੁਜਰਾਂਵਾਲ, ਇਹ ਅਸਲ 'ਚ ਆਪਣੇ ਪਿੰਡ ਧਾਰੋਵਾਲ ਤੋਂ ਤੁਰਿਆ ਸੀ ਤੇ ਜਾਣਾ ਸੀ ਵੱਖ-ਵੱਖ ਥਾਵਾਂ ਤੋਂ ਹੁੰਦਿਆਂ ਨਨਕਾਣਾ ਸਾਹਿਬ। ਕਰਤਾਰ ਸਿੰਘ ਝੱਬਰ ਨੇ ਦੂਸਰੇ ਪਾਸੇ ਤੋਂ ਜਥਾ ਲੈ ਕੇ ਆਉਣਾ ਸੀ, ਤੀਸਰੇ ਨੇ ਤੀਸਰੇ ਪਾਸੇ ਤੋਂ ਜਥਾ ਲੈ ਕੇ ਆਉਣਾ ਸੀ। ਨਨਕਾਣਾ ਸਾਹਿਬ ਦੇ ਕੋਲ ਇੱਕ ਚੰਦਰਕੋਟ ਦੀ ਝਾਲ ਪੈਂਦੀ ਹੈ, ਉੱਥੇ ਉਹਨਾਂ ਨੇ ਰਾਤ ਦੇ ਸਮੇਂ ਇਕੱਠੇ ਹੋਣਾ ਸੀ। ਇਹਨਾਂ ਸਾਰਾ ਮਸ਼ਵਰਾ ਕੀਤਾ ਕਿ ਆਪਾਂ ਵੱਖ-ਵੱਖ ਥਾਵਾਂ ਤੋਂ ਜਾਵਾਂਗੇ, ਚੰਦਰਕੋਟ ਦੀ ਝਾਲ ਤੇ ਆਪਾਂ ਸਾਰੇ ਜਾ ਕੇ ਇਕੱਠੇ ਹੋਵਾਂਗੇ। ਜਦੋਂ ਆਪਣੇ ਕੋਲ 300-400 ਦੇ ਕਰੀਬ ਜਥਾ ਹੋਵੇਗਾ ਤੇ ਆਪੇ ਕੋਈ ਹੱਥ ਨਾ ਫਿਰ ਚੁੱਕੇਗਾ, ਆਪਾਂ ਜਾ ਕੇ ਸਤਿਗੁਰੂ ਜੀ ਦੇ ਅਸਥਾਨ ਤੇ, ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਤੇ ਜਾ ਕੇ ਜ਼ਰੂਰ ਸੇਵਾ ਕਰਾਂਗੇ। ਪਰ ਇਹਨਾਂ ਵਿੱਚੋਂ ਜਿਹੜੇ ਜਦੋਂ ਪੜ੍ਹਨੇ ਨਾ ਭਾਈ ਲਛਮਣ ਸਿੰਘ ਧਾਰੋਵਾਲ, ਜਦੋਂ ਉਹਨਾਂ ਬਾਬਤ ਪੜ੍ਹਨੇ ਹਾਂ, ਲਛਮਣ ਸਿੰਘ ਧਾਰੋਵਾਲ ਨੇ ਅੱਜ ਤੁਰਨ ਤੋਂ ਪਹਿਲਾਂ ਨਾ ਘਰ ਦੇ ਅੰਦਰ ਆਪ ਕੇਸੀ ਇਸ਼ਨਾਨ ਕੀਤਾ। ਇੱਕ ਮਲੇਰਕੋਟਲੇ ਲਾਗੇ ਜੋ ਜਰਗ ਪਿੰਡ ਹੈ, ਜਰਗ ਪਿੰਡ ਦਾ ਰਹਿਣ ਵਾਲਾ ਸੀ ਭਾਈ ਕੇਰ ਸਿੰਘ। ਇਹ ਆਰਮੀ ਫੌਜ ਦੇ ਵਿੱਚੋਂ ਰਿਟਾਇਰ ਹੋ ਕੇ ਆਇਆ ਸੀ ਤੇ ਇਹਨਾਂ ਜੋ ਬੇਟਾ ਸੀ ਉਹਦਾ ਨਾਮ ਇਤਿਹਾਸ ਵਿੱਚ ਆਉਂਦਾ ਹੈ ਦਰਬਾਰਾ ਸਿੰਘ। ਇਹ 8 ਕੁ ਸਾਲ ਦਾ ਸੀ ਜਦੋਂ ਕੇਰ ਸਿੰਘ ਵੀ ਜਾਣ ਵਾਸਤੇ ਤਿਆਰ ਹੋਇਆ। ਤੇ ਅੱਜ ਕੇਰ ਸਿੰਘ ਨੇ ਨਾ ਆਪਣਾ ਦਰਬਾਰਾ ਸਿੰਘ ਨੇ ਵੇਖਿਆ, ਕਹਿੰਦਾ ਦਾਦੀ ਮਾਂ ਨੂੰ ਪੁੱਛਦਾ ਦਰਬਾਰਾ ਸਿਓ, ਕਹਿੰਦੇ ਦਾਦੀ ਮਾਂ ਅੱਜ ਦੁਪਹਿਰ ਵੇਲੇ ਪਿਤਾ ਜੀ ਨੇ ਕੇਸੀ ਇਸ਼ਨਾਨ ਕਿਉਂ ਕੀਤਾ ਹੈ? ਅੱਗੇ ਪਿੱਛੇ ਤਾਂ ਕੇਸੀ ਇਸ਼ਨਾਨ ਇਸ ਟਾਈਮ ਨਹੀਂ ਸਨ ਕਰਦੇ, ਪਿਤਾ ਜੀ ਇਸ਼ਨਾਨ ਕਰਕੇ ਕਿੱਧਰ ਜਾ ਰਹੇ ਨੇ? ਹੁਣੇ ਇਹਨਾਂ ਨੇ ਇਸ਼ਨਾਨ ਕੀਤਾ ਹੈ। ਤੇ ਕੋਲੋਂ ਦਾਦੀ ਨੇ ਕਹਿ ਦਿੱਤਾ ਕਿ ਇਹ ਨਨਕਾਣਾ ਸਾਹਿਬ ਜਥੇ ਦੇ ਵਿੱਚ ਚੱਲੇ ਨੇ ਕੇਰ ਸਿੰਘ। ਤੇ ਦਰਬਾਰਾ ਸਿੰਘ ਨੇ ਗੱਲ ਕਹੀ, ਕਹਿੰਦੇ ਮੈਂ ਵੀ ਨਨਕਾਣਾ ਸਾਹਿਬ ਜਾਣਾ ਹੈ। ਦਾਦੀ ਨੇ ਰੋਕਿਆ, ਕਹਿੰਦੇ ਉਸ ਥਾਂ ਤੇ ਜਾਣ ਦਾ ਜੋਖਮ ਹੈ, ਉਸ ਥਾਂ ਤੇ ਏਦਾਂ ਨਹੀਂ ਜਾਣਾ। ਦਰਬਾਰਾ ਸਿੰਘ ਨੇ ਬੜੀ ਉਹਨੇ ਜਿੱਦ ਕੀਤੀ ਵੀ ਨਹੀਂ ਮੈਂ ਪਿਤਾ ਨਾਲ ਜਾਣਾ ਹੈ, ਮੈਂ ਪਿਤਾ ਨਾਲ ਜਾਣਾ ਹੈ। ਪਤਾ ਨਹੀਂ ਕੇਰ ਸਿੰਘ ਦੇ ਚਿੱਤ ਵਿੱਚ ਕੀ ਆਇਆ, ਉਹਨੇ ਦਰਬਾਰਾ ਸਿੰਘ ਨੂੰ ਆਪਣੇ ਪੁੱਤਰ ਨੂੰ ਵੀ ਕਿਹਾ ਵੀ ਚੱਲ ਫਿਰ ਤੂੰ ਵੀ ਮੇਰੇ ਨਾਲ ਹੀ ਚੱਲ। ਕੇਰ ਸਿੰਘ ਨੇ ਇਸ਼ਨਾਨ ਕੀਤਾ, ਕੇਸੀ ਇਸ਼ਨਾਨ ਆਪ ਕੀਤਾ। ਦਾਦੀ ਮਾਂ ਨੇ ਦਰਬਾਰਾ ਸਿੰਘ ਦਾ ਵੀ ਇਸ਼ਨਾਨ ਹੱਥੀਂ ਕਰਵਾਇਆ। ਇਹ ਸਾਰੇ ਤੁਰਦੇ ਨੇ ਵੱਖ-ਵੱਖ ਥਾਵਾਂ ਤੋਂ ਹੁੰਦਿਆਂ। ਇੱਕ ਕਿਤਾਬ ਲਿਖੀ ਗਈ, ਕਹਿੰਦੇ ਦਰਬਾਰਾ ਸਿੰਘ ਨੇ ਨਾ ਆਪਣੇ ਪਿਤਾ ਨੂੰ ਇੰਨੀ ਗੱਲ ਕਹੀ, ਵੇਖੋ ਪਿਤਾ ਜੀ ਮੈਂ ਤੁਹਾਡੇ ਨਾਲ ਜਾਵਾਂਗਾ, ਸਾਰਾ ਰਸਤਾ ਮੈਂ ਪੈਦਲ ਤੁਰਾਂਗਾ, ਮੈਂ ਤੁਹਾਨੂੰ ਰਸਤੇ ਵਿੱਚ ਨਹੀਂ ਕਵਾਂਗਾ ਕਿ ਤੁਸੀਂ ਮੈਨੂੰ ਕੁੱਛੜ ਚੁੱਕੋ, ਮੈਂ ਤੁਹਾਡੇ ਧੰਗੇੜੇ ਨਹੀਂ ਚੜਾਂਗਾ, ਮੈਂ ਤੁਹਾਡੇ ਨਾਲ ਪੈਦਲ ਜਾਵਾਂਗਾ। ਤੇ ਵਾਪਰਿਆ ਵੀ ਉਹ ਅੱਜ ਇਸ ਲਹਿਰ ਦੇ ਵਿੱਚੋਂ ਸਾਰਿਆਂ ਨਾਲੋਂ ਜਿਹੜੇ ਛੋਟੇ ਸ਼ਹੀਦ ਨੇ ਭਾਈ ਦਰਬਾਰਾ ਸਿੰਘ, ਕੇਰ ਸਿੰਘ ਵੀ ਸ਼ਹੀਦ ਹੋਇਆ ਤੇ ਨਾਲ ਜਿਹੜਾ ਉਹਦਾ 7-8 ਸਾਲ ਦਾ ਪੁੱਤਰ ਦਰਬਾਰਾ ਸਿੰਘ ਸੀ ਉਹਨੂੰ ਵੀ ਜ਼ਾਲਮਾਂ ਨੇ ਮਗਦੇ ਹੋਏ ਆਵੇ ਵਿੱਚ ਦੋਵਾਂ ਪਾਸਿਆਂ ਤੋਂ ਚੁੱਕ ਕੇ ਸੁੱਟ ਦਿੱਤਾ ਅੱਗ ਦੇ ਵਿੱਚ। ਇਹ ਉੱਥੋਂ ਤੁਰਦੇ ਨੇ। ਪਹਿਲਾਂ ਬੇਨਤੀ ਕੀਤੀ, ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਜੋਦੜੀ ਹੋਈ। ਮੁੱਖ ਵਾਕ ਜਦੋਂ ਆਇਆ ਨਾ, ਲਛਮਣ ਸਿੰਘ ਧਾਰੋਵਾਲ ਦੇ ਘਰ ਪ੍ਰਕਾਸ਼ ਕੀਤਾ ਹੋਇਆ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਅਰਦਾਸ ਕੀਤੀ, ਅਰਦਾਸ ਦੇ ਜਿਹੜੇ ਸ਼ਬਦ ਆਏ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹੋਂ ਤਿਸ ਪੈ ਆਪ ਵਿਚਾਈ, ਤਨ ਮਨ ਕਾਟ ਕਾਟ ਸਭ ਅਰਪੀ। ਜਦੋਂ ਸ਼ਬਦ ਪੜ੍ਹੇ ਗਏ, ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਜਦੋਂ ਪੜਿਆ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਬੋਲ ਕਿ ਦਰਸ਼ਨਾਂ ਵਾਸਤੇ ਚੱਲੇ ਤਾਂ ਹਾਂ, ਹੋ ਸਕਦਾ ਹੈ ਜਿਉਂਦਿਆਂ ਜੀ ਕੱਟ ਕੇ ਆਪਣਾ ਆਪ ਅੱਗ ਦੇ ਅੰਦਰ ਵੀ ਜਲਾਉਣਾ ਪਵੇ। ਇਹਨਾਂ ਨੇ ਅਰਦਾਸ ਕੀਤੀ ਬੜਾ ਇੱਕ ਚਾਹ ਦੇ ਨਾਲ। ਲਗਭਗ ਵੱਖ-ਵੱਖ ਪਿੰਡਾਂ ਤੋਂ ਨਾ ਸਾਧ ਸੰਗਤ ਜੀਓ ਪਹਿਲਾਂ ਨਾਮ ਵੀ ਉਹਨਾਂ ਨੇ ਅੰਕਿਤ ਕਰਵਾਏ ਸਨ ਵੀ ਜਾਣਾ ਕਿੰਨਾ ਨੇ ਹੈ, ਤੇ ਜਿਨ੍ਹਾਂ ਥਾਵਾਂ ਤੋਂ ਜਾਣਾ ਸੀ ਉਹਨਾਂ ਪਿੰਡਾਂ ਦੇ ਨਾਮ ਵਿੱਚੋਂ ਲਿਖੇ ਵੀ ਹੋਏ ਸਨ ਵੀ ਫਲਾਣੇ ਪਿੰਡ ਵਿੱਚੋਂ ਇੰਨਿਆਂ ਨੇ ਜਾਣਾ ਹੈ, ਫਲਾਣਿਆਂ ਵਿੱਚੋਂ ਇੰਨੇ ਨੇ, ਉਹਨਾਂ ਥਾਵਾਂ ਤੋਂ ਜਥੇ ਨੇ ਜਾਣਾ ਸੀ। ਖੈਰ ਮੈਂ ਵਿਸਥਾਰ ਵਿੱਚ ਨਾ ਜਾਵਾਂ। ਤਿੰਨਾਂ ਜੋ ਜਥਿਆਂ ਨੇ ਵੱਖ-ਵੱਖ ਥਾਵਾਂ ਤੋਂ ਤੁਰਨਾ ਸੀ, ਇਸ ਗੱਲ ਦਾ ਪਤਾ ਉਸ ਵਕਤ ਜਿਹੜੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਆਗੂ ਸਨ ਉਹਨਾਂ ਨੂੰ ਲੱਗ ਗਿਆ ਪਤਾ ਵੀ ਇਹ ਤਾਂ ਉੱਥੇ ਜਾਣ ਦਾ ਤਹਈਆ ਕਰੀ ਬੈਠੇ ਨੇ। ਉਹਨਾਂ ਨੇ ਕਿਹਾ ਵੇਖਿਓ ਖਾਲਸਾ ਜੀ ਉੱਥੇ ਨਾ ਜਾਇਓ, ਏਦਾਂ ਕਿਤੇ ਜ਼ਿਆਦਾ ਕੌਮ ਦਾ ਨੁਕਸਾਨ ਨਾ ਹੋਵੇ। ਇਹਨਾਂ ਨੇ ਭਾਈ ਅਜੀਤ ਸਿੰਘ ਦੀ ਡਿਊਟੀ ਲਾਈ
ਕਿ ਤੁਸੀਂ ਜਿਵੇਂ ਕਿਵੇਂ ਹੋਏ ਮਤਾ ਪਕਾਇਆ ਵੀ ਤੁਸੀਂ ਉਹਨਾਂ ਜਥਿਆਂ ਨੂੰ ਜਾਣ ਤੋਂ ਰੋਕ ਲਵੋ। ਪਰ ਜਿਹੜੀ ਉਹ ਤਰੀਕ ਸੀ 20 ਫਰਵਰੀ ਦੀ 20 ਫਰਵਰੀ ਵਾਲੇ ਦਿਨ ਉਹ ਤਾਂ ਚੱਲ ਪਏ ਅਰਦਾਸ ਕਰਕੇ। ਇਹਨਾਂ ਦਿਨ ਦੇ ਵੇਲੇ ਤੁਰ ਕੇ ਅੰਮ੍ਰਿਤ ਵੇਲੇ ਪਹੁੰਚਣਾ ਸੀ ਨਨਕਾਣਾ ਸਾਹਿਬ, ਪਾਵਨ ਪਵਿੱਤਰ ਜਨਮ ਅਸਥਾਨ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਅਸਥਾਨ ਤੇ। ਇਹ ਚੱਲ ਪਏ। ਦੂਸਰੇ ਪਾਸਿਓਂ ਕਰਤਾਰ ਸਿੰਘ ਝੱਬਰ ਵੀ ਚੱਲ ਪਿਆ, ਤੇਜਾ ਸਿੰਘ ਚੂੜਕਾਣਾ ਉਹ ਵੀ ਜਥਾ ਲੈ ਕੇ ਚੱਲ ਪਿਆ। ਅੱਧੀ ਰਾਤ ਹੋਈ, ਕਿਉਂਕਿ ਉਹਨਾਂ ਵੇਲਿਆਂ ਦੇ ਅੰਦਰ ਕੋਈ ਸੁਨੇਹਾ ਦੇਣ ਦਾ ਹੋਰ ਕੋਈ ਢੰਗ ਤਰੀਕਾ ਨਹੀਂ ਸੀ। ਘੋੜੀ ਤੇ ਚੜ ਕੇ ਅਜੀਤ ਸਿੰਘ ਸਾਰੀ ਰਾਤ, ਕਿਉਂਕਿ ਉਸ ਦਿਨ ਲਿਖਦੇ ਨੇ ਕਹਿੰਦੇ ਧੁੰਦ ਬੜੀ ਸੰਘਣੀ ਪਈ, ਜਥਿਆਂ ਦਾ ਪਤਾ ਕੋਈ ਨਾ ਲੱਗੇ। ਅਜੀਤ ਸਿੰਘ ਵੱਖ-ਵੱਖ ਥਾਵਾਂ ਤੇ ਹੁੰਦਿਆਂ ਉਹਨੇ ਸੋਚਿਆ ਵੀ ਆਉਣਾ ਤਾਂ ਚਲੋ ਇਹਨਾਂ ਨੇ ਨਨਕਾਣਾ ਸਾਹਿਬ ਹੀ ਹੈ। ਨਨਕਾਣਾ ਸਾਹਿਬ ਦੇ ਲਾਗੇ ਭੱਠੇ ਸਨ। ਅਜੀਤ ਸਿੰਘ ਜਾ ਕੇ ਉਹਨਾਂ ਭੱਠਿਆਂ ਦੇ ਕੋਲ ਖਲੋ ਕੇ ਲੱਗਾ ਕਹਿਣ ਵੀ ਚਲੋ ਇੱਥੋਂ ਲੰਘਣਗੇ, ਮੈਂ ਉਹਨਾਂ ਨੂੰ ਰੋਕ ਲਵਾਂਗਾ। ਕਰਤਾਰ ਸਿੰਘ ਝੱਬਰ ਦਾ ਜਥਾ ਰੋਕ ਦਿੱਤਾ, ਤੇਜਾ ਸਿੰਘ ਜੀ ਦਾ ਜਥਾ ਰੋਕ ਦਿੱਤਾ, ਔਰ ਇੱਕ ਜਥਾ ਰਹਿ ਗਿਆ ਲਛਮਣ ਸਿੰਘ ਧਾਰੋਵਾਲ ਦਾ, ਜਿਹਦੀ ਗਿਣਤੀ ਲਗਭਗ ਕੋਈ 150 ਦੇ ਕਰੀਬ ਦੇ ਉਹਨਾਂ ਦੀ ਗਿਣਤੀ ਸੀ। ਜਦੋਂ ਅਜੀਤ ਸਿੰਘ ਮਿਲਦਾ ਹੈ ਇਹਨਾਂ ਨੂੰ ਆਣ ਕੇ ਨਨਕਾਣਾ ਸਾਹਿਬ ਦੇ ਲਾਗੇ, ਉਹਨਾਂ ਆਣ ਕੇ ਕਿਹਾ ਵੀ ਪੰਥ ਦਾ ਸੁਨੇਹਾ ਹੈ ਵੀ ਕੋਈ ਜਥਾ ਕੱਲਾ ਕੱਲਾ ਉੱਥੇ ਨਹੀਂ ਜਾਏਗਾ। ਸਾਰਿਆਂ ਦੇ ਚਿੱਤ ਵਿੱਚ ਹੈ ਕਿ ਪਾਵਨ ਪਵਿੱਤਰ ਅਸਥਾਨਾਂ ਨੂੰ ਆਜ਼ਾਦ ਕਰਵਾਈਏ, ਪਰ ਏਦਾਂ ਨਹੀਂ ਜਾਣਾ ਜਿਵੇਂ ਤੁਸੀਂ ਜਾ ਰਹੇ ਹੋ। ਪਤਾ ਨਹੀਂ ਲਛਮਣ ਸਿੰਘ ਧਾਰੋਵਾਲ ਦੇ ਚਿੱਤ ਵਿੱਚ ਕੀ ਆਈ। ਉਹਨਾਂ ਕਿਹਾ ਖਾਲਸਾ ਜੀ, ਮੈਂ ਤਾਂ ਤੁਰਨ ਤੋਂ ਪਹਿਲਾਂ ਸਤਿਗੁਰ ਦੇ ਚਰਨਾਂ ਵਿੱਚ ਅਰਦਾਸ ਕਰਕੇ ਤੁਰਿਆ ਹਾਂ। ਸਤਿਗੁਰ ਦੇ ਚਰਨਾਂ ਵਿੱਚ ਇੱਕ ਵਾਰ ਨਹੀਂ, ਮੈਂ 2-3 ਵਾਰੀ ਬੇਨਤੀ ਕਰਕੇ ਤੁਰਿਆ। ਵਾਹਿਗੁਰੂ ਵਾਹਿਗੁਰੂ ਕਰਦਾ ਜਥਾ ਉਸ ਥਾਂ ਤੋਂ ਅਗਾਂਹ ਨੂੰ ਹੋ ਤੁਰਿਆ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਮੁਬਾਰਕ ਅਸਥਾਨ ਤੇ ਉਹਨਾਂ ਨੇ ਅੰਦਰੋਂ ਦਰਵਾਜ਼ੇ ਭੇੜੇ ਹੋਏ ਸਨ। ਮਹੰਤ ਨਰੈਣੂ ਦਾਸ ਦੇ ਉਹਦੇ ਗੁੰਡਿਆਂ ਨੇ ਉਸ ਤੋਂ ਪਹਿਲਾਂ ਉਹਨੇ ਇਲਾਕੇ ਦੇ ਸਾਰੇ ਜਿੰਨੇ 10 ਨੰਬਰੀ ਬਦਮਾਸ਼ ਸਨ ਗੁਰੂ ਘਰ ਉਹਨੇ ਇਕੱਠੇ ਕਰ ਲਏ। ਤੇਲ ਦੇ ਪੀਪੇ ਲਿਆ ਕੇ ਉਹਨੇ ਰੱਖ ਲਏ। ਉਹਨੇ ਵੱਖ-ਵੱਖ ਜਿਹੜਾ ਹੋਰ ਵੀ ਅਸਲੇ ਸਨ ਉਹਨੇ ਉਹ ਵੀ ਲਿਆ ਕੇ ਉੱਥੇ ਜਮ੍ਹਾਂ ਕੀਤੇ। ਇਹ ਲਗਭਗ ਕੋਈ 150 ਦੇ ਕਰੀਬ ਗੁਰੂ ਕਾ ਖਾਲਸਾ ਨਨਕਾਣਾ ਸਾਹਿਬ ਪਹੁੰਚਦਾ ਹੈ। 20 ਫਰਵਰੀ ਦੀ ਰਾਤ ਨੂੰ 21 ਫਰਵਰੀ ਦਾ ਚੜਾਅ ਹੋ ਚੁੱਕਾ ਸੀ ਅੰਮ੍ਰਿਤ ਵੇਲੇ ਦਾ। ਇਹਨਾਂ ਨੇ ਪੌੜੀ ਲਾਈ, ਕੰਧ ਟੱਪ ਕੇ ਅੰਦਰਲੇ ਪਾਸਿਓਂ ਜਿਹੜਾ ਸੀ ਨਾ ਪਾਵਨ ਪਵਿੱਤਰ ਅਸਥਾਨ ਦਾ ਦਰਵਾਜ਼ਾ, ਉਹ ਡਿਉੜੀ ਦਾ ਦਰਵਾਜ਼ਾ ਉਹਨਾਂ ਖੋਲਿਆ। ਉੱਥੋਂ ਜਾ ਕੇ ਅੱਜ ਵੀ ਜੋ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਪਾਵਨ ਅਸਥਾਨ ਤੇ ਜੋ ਅਸਥਾਨ ਬਣਿਆ ਹੋਇਆ ਹੈ ਨਨਕਾਣਾ ਸਾਹਿਬ, ਉਹ ਉਸੇ ਤਰ੍ਹਾਂ ਹੈ। ਛੋਟਾ ਦਰਬਾਰ ਸਾਹਿਬ ਉਸੇ ਤਰ੍ਹਾਂ ਹੈ। ਦੂਸਰੇ ਪਾਸੇ ਵੱਡਾ ਦਰਬਾਰ ਸਾਹਿਬ ਬਣਾਇਆ ਗਿਆ। ਭਾਈ ਲਛਮਣ ਸਿੰਘ ਧਾਰੋਵਾਲ ਸਣੇ ਜਥੇ ਅੰਦਰ ਸਾਰੇ ਅੰਦਰ ਗਏ। ਜਿਵੇਂ ਵੱਖ-ਵੱਖ ਡਿਊਟੀਆਂ ਲਾਈਆਂ ਉਸੇ ਤਰ੍ਹਾਂ ਅੰਦਰ ਪਹੁੰਚ ਗਏ। ਜਾਂਦਿਆਂ ਭਾਈ ਲਛਮਣ ਸਿੰਘ ਧਾਰੋਵਾਲ ਨੇ ਪਾਠ ਕਰਨਾ ਪ੍ਰਾਰੰਭ ਕਰ ਦਿੱਤਾ। ਜਦੋਂ ਪਾਠ ਕਰਨਾ ਪ੍ਰਾਰੰਭ ਕੀਤਾ, ਇਹਨੂੰ ਨਰੈਣੂ ਮਹੰਤ ਨੂੰ ਲੱਗ ਗਿਆ ਪਤਾ ਕਿ ਉਹ ਅੰਦਰ ਆਣ ਕੇ ਬੈਠੇ ਹਨ। ਇਹਨੇ ਨਾ ਲਿਆ ਕੇ ਆਪਣਾ ਨਨਕਾਣਾ ਸਾਹਿਬ ਦੇ ਪਿੰਡ ਦੇ ਅੰਦਰ ਹੀ ਉਹਦਾ ਘਰ ਸੀ, ਇੱਕ ਤਰਖਾਨ ਨੂੰ ਬੁਲਾਇਆ ਕਿ ਪਹਿਲਾਂ ਤੂੰ ਇਹਨਾਂ ਦਰਵਾਜ਼ਿਆਂ ਦੇ ਵਿੱਚੋਂ ਉਹਨਾਂ ਨੇ ਮੋਹਰੀਆਂ ਕੀਤੀਆਂ, ਛੇਕ ਕਰਕੇ ਉਹਨਾਂ ਵਿੱਚੋਂ ਰੈਫਲਾਂ ਪਾ ਕੇ ਉਹਨਾਂ ਦੇ ਵਿੱਚੋਂ ਬੈਠਿਆਂ ਦੇ ਉੱਪਰ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਅਸਥਾਨ ਤੇ ਬੈਠਿਆਂ ਹੋਇਆਂ ਦੇ ਉੱਪਰ ਗੋਲੀ ਚਲਾਉਣੀ ਪ੍ਰਾਰੰਭ ਕਰ ਦਿੱਤੀ। ਆਪ ਜੀਆਂ ਦੇ ਧਿਆਨ ਵਿੱਚ ਹੋਵੇਗਾ ਪਿਛਲੇ ਦਿਨੀ ਸ਼ਹੀਦੀ ਬੀੜ ਦੇ ਦਰਸ਼ਨ ਕਰਵਾਏ ਅਕਾਲ ਤਖਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਬਾਬਾ ਗੁਰਬਖਸ਼ ਸਿੰਘ ਜੀ ਦੇ ਪਾਵਨ ਪਵਿੱਤਰ ਅਸਥਾਨ ਤੇ ਜਿਹੜੀ ਬੀੜ ਨਨਕਾਣਾ ਸਾਹਿਬ ਦੇ ਸਾਕੇ ਦੇ ਦੌਰਾਨ ਜਿਸ ਪਾਵਨ ਪਵਿੱਤਰ ਬੀੜ ਦੇ ਅੰਦਰ ਗੋਲੀਆਂ ਵੱਜੀਆਂ, ਉਹ ਅੱਜ ਵੀ ਪਾਵਨ ਪਵਿੱਤਰ ਬੀੜ ਦੇ ਦਰਸ਼ਨ ਕਾਲ ਤਖਤ ਸਾਹਿਬ ਦੇ ਪਾਵਨ ਪਵਿੱਤਰ ਅਸਥਾਨ ਤੇ ਕਰਵਾਏ ਜਾਂਦੇ ਹਨ। ਜਦੋਂ ਗੋਲੀਆਂ ਵੱਜਣੀਆਂ ਪ੍ਰਾਰੰਭ ਹੋਈਆਂ, ਭਾਈ ਲਛਮਣ ਸਿੰਘ ਧਾਰੋਵਾਲ ਨੇ ਨਾ ਆਪਣੇ ਦੋਵੇਂ ਹੱਥ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਬੀੜ ਵਾਲੇ ਪਾਸੇ ਕਰ ਲਏ ਕਿ ਪਾਪੀਓ ਗੋਲੀ ਮਾਰਨੀ ਹੈ ਤੁਸੀਂ ਮੈਨੂੰ ਮਾਰੋ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉੱਪਰ ਤੁਸੀਂ ਵਾਰ ਨਾ ਕਰੋ। ਜਦੋਂ ਉਹਨਾਂ ਨੇ ਕਰਨੇ ਪ੍ਰਾਰੰਭ ਕਰ ਦਿੱਤੇ, ਭਾਈ ਲਛਮਣ ਸਿੰਘ ਧਾਰੋਵਾਲ ਨੇ ਨਾ ਪਾਵਨ ਪਵਿੱਤਰ ਬੀੜ ਨੂੰ ਹਿੱਕ ਨਾ ਲਾਇਆ। ਇੱਕ ਗੋਲੀ ਆਈ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਅੰਗ 1 ਤੋਂ ਲੈ ਕੇ ਸੁਖਮਨੀ ਸਾਹਿਬ ਤੱਕ ਪਾਵਨ ਪਵਿੱਤਰ ਅੰਗਾਂ ਨੂੰ ਚੀਰਦੀ ਹੋਈ ਲੰਘ ਗਈ। ਭਾਈ ਲਛਮਣ ਸਿੰਘ ਧਾਰੋਵਾਲ ਉਹ ਵੀ ਅਧਮੋਏ ਜੇ ਹੋ ਗਏ ਸਨ ਗੋਲੀਆਂ ਦੇ ਨਾਲ। ਅੰਦਰ ਜਿਤਨੇ ਵੀ ਬੈਠੇ ਸਨ
ਦਰਵਾਜ਼ੇ ਅੰਦਰੋਂ ਪੁੱਟ ਕੇ, ਸਰਦਲ ਬੂਹੇ ਦੀ ਪੁੱਟ ਕੇ ਜਿਤਨੇ ਵੀ ਬੈਠੇ ਸਨ, ਇਤਿਹਾਸਕਾਰ ਲਿਖਦੇ ਨੇ ਲਗਭਗ 150 ਦੇ ਕਰੀਬ ਉਸ ਦਿਨ ਲਾਸ਼ਾਂ ਇਕੱਠੀਆਂ ਹੋਈਆਂ ਸਨ। 150 ਖੋਪਰੀ ਇਕੱਠੀ ਹੋਈ ਸੀ, ਕਿਉਂਕਿ ਇਹਨੇ ਕੱਲਾ ਮਾਰਿਆ ਨਹੀਂ, ਮਾਰਨ ਤੋਂ ਬਾਅਦ ਉਹਨਾਂ ਨੂੰ ਕੱਟਿਆ ਵੱਢਿਆ ਵੀ। ਇਹਨਾਂ ਨੇ ਸਤਿਗੁਰੂ ਜੀ ਦੇ ਪਾਵਨ ਅਸਥਾਨ ਤੇ ਜਿਹੜੇ ਬੈਠੇ ਸਨ, ਭਾਈ ਲਛਮਣ ਸਿੰਘ ਧਾਰੋਵਾਲ, ਬੈਠਿਆਂ ਹੋਇਆਂ ਨੂੰ ਸ਼ਹੀਦ ਕੀਤਾ। ਅਜੇ ਸਾਹ ਚੱਲਦੇ ਪਏ ਸਨ। ਇਹਨੇ ਕੀਤਾ ਕਿ ਅੱਜ ਵੀ ਜਿਹੜਾ ਉਹ ਜੰਡ ਹੈ ਨਾ, ਜੰਡੀ, ਉਹ ਅੱਜ ਵੀ ਉਸੇ ਤਰ੍ਹਾਂ ਸੁਸ਼ੋਭਤ ਹੈ ਜਿਸ ਜੰਡ ਦੇ ਨਾਲ ਭਾਈ ਲਛਮਣ ਸਿੰਘ ਧਾਰੋਵਾਲ ਨੂੰ ਬੰਨ ਕੇ ਸ਼ਹੀਦ ਕੀਤਾ। ਜਦੋਂ ਸਹਿਕਦੇ ਪਏ ਸਨ, ਕੇਸਾਂ ਤੋਂ ਧੂ ਕੇ ਨਰੈਣੂ ਮਹੰਤ ਤੇ ਉਹਦੇ ਗੁੰਡੇ ਬਾਹਰ ਆਣ ਕੇ ਲੈ ਆਏ, ਬੰਨ ਕੇ ਸਤਿਗੁਰੂ ਜੀ ਦੇ ਸਿੱਖ ਨੂੰ ਜੰਡ ਦੇ ਨਾਲ ਪਾ ਕੇ ਉਹਦੇ ਉੱਪਰ ਮਿੱਟੀ ਦਾ ਤੇਲ, ਉਹਨਾਂ ਨੂੰ ਉਸੇ ਤਰ੍ਹਾਂ ਅੱਗ ਲਾ ਦਿੱਤੀ। ਜਿਹੜੇ ਬਚਨ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਪੜ੍ਹੇ ਸਨ, ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਪੜਨ ਵਾਲੇ ਪੜਦੇ ਗਏ, ਸੂਰਾ ਸੋ ਪਹਿਚਾਨੀਐ, ਸੂਰਾ ਸੋ ਪਹਿਚਾਨੀਐ, ਸੂਰਾ ਸੋ ਪਹਿਚਾਨੀਐ, ਸੂਰਾ ਸੋ ਪਹਿਚਾਨੀਐ। ਜੋ ਲਰੈ ਦੀਨ ਕੇ ਹੇਤ, ਜੋ ਲਰੈ ਦੀਨ ਕੇ ਹੇਤ, ਜੋ ਲਰੈ ਦੀਨ ਕੇ ਹੇਤ, ਜੋ ਲਰੈ ਦੀਨ ਕੇ ਹੇਤ। ਪੁਰਜਾ ਪੁਰਜਾ ਕਟ ਮਰੈ, ਪੁਰਜਾ ਪੁਰਜਾ ਕਟ ਮਰੈ, ਪੁਰਜਾ ਪੁਰਜਾ ਕਟ ਮਰੈ, ਪੁਰਜਾ ਪੁਰਜਾ ਕਟ ਮਰੈ। ਕਬੂ ਨਾ ਛਾੜੈ ਖੇਤ, ਕਬੂ ਨਾ ਛਾੜੈ ਖੇਤ, ਕਬੂ ਨਾ ਛਾੜੈ ਖੇਤ, ਕਬਹੂ ਨ ਛਾੜੈ ਖੇਤ। ਇਹਨਾਂ ਵਿੱਚੋਂ ਜਿਹੜੀ ਸਾਰਿਆਂ ਨਾਲੋਂ ਅਨੋਖੀ ਜਿਹੜੀ ਸ਼ਹਾਦਤ ਸੀ, ਉਹ ਸੀ ਭਾਈ ਦਰਬਾਰਾ ਸਿਉਂ ਦੀ। ਕਿਉਂਕਿ ਜਦੋਂ ਭਾਈ ਕੇਰ ਸਿੰਘ ਆਏ ਆਪਣੇ ਪੁੱਤਰ ਨੂੰ ਨਾਲ ਲੈ ਕੇ, ਉਹਨਾਂ ਨੇ ਨਾ ਦਰਬਾਰ ਸਾਹਿਬ ਦੇ ਅੰਦਰ ਇੱਕ ਅਲਮਾਰੀ ਬਣੀ ਸੀ। ਜਦੋਂ ਭਾਈ ਕੇਰ ਸਿਉਂ ਨੇ ਵੇਖਿਆ ਕਿ ਇਹਨਾਂ ਨੇ ਸ਼ਹੀਦ ਕਰਨਾ ਹੈ ਸਾਰਿਆਂ ਨੂੰ, ਇਹਨਾਂ ਨੇ ਆਪਣੇ 8 ਸਾਲ ਦੇ ਪੁੱਤਰ ਨੂੰ, ਜਥੇ ਦੇ ਵਿੱਚੋਂ ਇੱਕ ਸੀ, ਉਹਨੇ ਆਪਣੇ ਭਾਈ ਦਰਬਾਰਾ ਸਿੰਘ ਨੂੰ ਨਾ ਅਲਮਾਰੀ ਵਿੱਚ ਬੰਦ ਕਰ ਦਿੱਤਾ। ਜਦੋਂ ਗੋਲੀਆਂ ਦੀ ਕੜਾਕ ਸੁਣੀ, ਸਾਰੇ ਪਾਸੇ ਚੀਕ ਝਾੜਾ ਪਿਆ, ਵਾਹਿਗੁਰੂ ਵਾਹਿਗੁਰੂ ਦੀਆਂ ਧੁਨਾਂ ਉੱਠੀਆਂ। ਜਦੋਂ ਅੰਦਰੋਂ ਨਾ ਮਾਰਨ ਵਾਲੇ ਇਹਨਾਂ ਵਿੱਚੋਂ 2 ਬਦਮਾਸ਼ ਅੰਦਰ ਆਏ ਤੇ ਅੰਦਰ ਆ ਕੇ ਉਹਨਾਂ ਨੇ ਆਵਾਜ਼ ਸੁਣੀ, ਮੈਨੂੰ ਵੀ ਸ਼ਹੀਦ ਕਰੋ, ਮੈਨੂੰ ਵੀ ਸ਼ਹੀਦ ਕਰੋ। ਇਹਨਾਂ ਨੇ ਸੱਜੇ ਖੱਬੇ ਵੇਖਿਆ ਵੀ ਦਿਸਦਾ ਤਾਂ ਕੋਈ ਹੈ ਨਹੀਂ, ਆਵਾਜ਼ ਆ ਕਿੱਥੋਂ ਰਹੀ ਹੈ। ਇਹ ਡਰ ਕੇ ਇੱਕੋ ਦਮ ਬਾਹਰ ਨੂੰ ਗਏ। ਜਾ ਕੇ ਇਹਨਾਂ ਨੇ ਨਰੈਣੂ ਮਹੰਤ ਨੂੰ ਦੱਸਿਆ ਕਿ ਅੰਦਰੋਂ ਆਵਾਜ਼ ਪਈ ਆਉਂਦੀ ਏ, ਪਤਾ ਨਹੀਂ ਕਿਹੜੀਆਂ ਬਲਾਵਾਂ ਪਈਆਂ ਬੋਲਦੀਆਂ ਨੇ। ਆਪ ਨਰੈਣੂ ਮਹੰਤ ਅੰਦਰ ਆਇਆ। ਉਹਨੇ ਜਦੋਂ ਵੇਖਿਆ ਕਿ ਅਲਮਾਰੀ ਵਿੱਚੋਂ ਆਵਾਜ਼, ਜਦੋਂ ਉਹਨਾਂ ਨੇ ਵੇਖਿਆ ਕਿ 8 ਕੁ ਸਾਲ ਦਾ ਬਾਲ, ਤੇ ਉਹ ਕਹਿ ਰਿਹਾ ਸੀ ਮੈਂ ਵੀ ਆਪਣੇ ਪਿਤਾ ਨਾਲ ਸ਼ਹੀਦ ਹੋਣਾ ਹੈ, ਮੈਂ ਵੀ ਆਪਣੇ ਪਿਤਾ ਨਾਲ ਸ਼ਹੀਦ ਹੋਣਾ ਹੈ। ਇਹਨਾਂ ਪਾਪੀਆਂ ਨੇ ਭਾਈ ਦਰਬਾਰਾ ਸਿਉਂ ਦਿਆਂ, ਇੱਕ ਨੇ ਬਾਹਾਂ ਫੜੀਆਂ, ਇੱਕ ਨੇ ਲੱਤਾਂ ਫੜੀਆਂ। ਜਿਹੜਾ ਇਹਨਾਂ ਨੇ ਚਿਖਾ ਬਣਾਈਆਂ ਹੋਈਆਂ ਸਨ ਅੱਗ ਲਾਉਣ ਵਾਸਤੇ, ਮੱਗ ਦੀ ਹੋਈ ਅੱਗ ਦੇ ਉੱਪਰ ਭਾਈ ਦਰਬਾਰਾ ਸਿੰਘ ਨੂੰ ਵੀ ਸੁੱਟ ਦਿੱਤਾ। ਜਰਗ ਪਿੰਡ ਜੋ ਮਲੇਰਕੋਟਲੇ ਲਾਗੇ ਹੈ, ਇੱਥੋਂ ਫਿਰ ਜਦੋਂ ਅਗਲੇ ਦਿਨ ਇਹਦੀ ਦਾਦੀ ਗਈ, ਦਾਦੀ ਵੀ ਜਾ ਕੇ ਜਦੋਂ ਵੇਖਿਆ ਜਿਹਦਾ ਪੁੱਤਰ ਵੀ ਸ਼ਹੀਦ ਹੋ ਗਿਆ, ਜਿਹਦਾ ਪੋਤਰਾ ਵੀ ਸ਼ਹੀਦ ਹੋ ਗਿਆ, ਜਦੋਂ ਜਾ ਕੇ ਵੇਖਿਆ ਤੇ ਲਾਸ਼ਾਂ ਦੀ ਪਛਾਣ ਨਹੀਂ ਸੀ ਹੁੰਦੀ ਵੀ ਕੌਣ ਕਿਹੜੀ ਲਾਸ਼ ਕਿਸ ਦੀ ਹੈ, ਕਿਉਂਕਿ ਤਿੱਖੀਆਂ ਛਵੀਆਂ ਦੇ ਨਾਲ, ਛੁਰੀਆਂ ਦੇ ਨਾਲ ਅੰਗ ਅੰਗ ਕਰਕੇ ਕੱਟੇ ਪਏ ਸਨ। ਭਾਈ ਕੇਰ ਸਿੰਘ ਦੀ ਨਾ ਲੱਤ ਤੇ ਫਲਵੈਰੀ ਸੀ। ਭਾਈ ਕੇਰ ਸਿੰਘ ਦੀ ਲੱਤ ਤੇ ਫਲਵੈਰੀ ਤੋਂ ਉਹਦੀ ਮਾਂ ਨੇ ਪਛਾਣ ਲਿਆ ਵੀ ਇਹ ਲੱਤ ਮੇਰੇ ਪੁੱਤਰ ਦੀ ਹੈ। ਜਦੋਂ ਪੰਥ ਸਾਰਾ ਅਗਲੇ ਦਿਨ ਇਕੱਠਾ ਹੋਇਆ, 20-22 ਹਜ਼ਾਰ ਦਾ ਇਕੱਠ ਨਨਕਾਣਾ ਸਾਹਿਬ ਦੀ ਧਰਤੀ ਤੇ ਹੋਇਆ। ਭਾਈ ਕੇਰ ਸਿੰਘ ਦੀ ਮਾਂ ਆਈ, ਉਹਨੇ ਆਪਣੇ ਪੁੱਤਰ ਦੀ ਲੱਤ ਉਹਨੇ ਪਛਾਣ ਲਈ। ਲੱਤ ਪਛਾਣ ਕੇ ਆਪਣੀ ਹਿੱਕ ਨਾਲ ਲਾ ਕੇ ਕਹਿੰਦੀ, ਵੇ ਲੋਕੋ ਵੇ ਲੋਕੋ, ਵੇਖੋ ਮੇਰਾ ਪੁੱਤਰ ਵੀ ਇੱਥੇ ਆਇਆ ਸੀ, ਮੇਰੀ ਕੁੱਖ ਵੀ ਸਫਲੀ ਹੋਈ, ਮੇਰਾ ਪੁੱਤਰ ਤੇ ਮੇਰਾ ਪੋਤਰਾ ਸ਼ਹੀਦ ਹੋਇਆ। ਭਾਈ ਹੀਰਾ ਸਿੰਘ ਰਾਗੀ, ਜਿਹੜੇ ਹੋਰ ਵੀ ਨਾਮਵਰ ਸ਼ਖਸੀਅਤਾਂ ਸਨ, ਉੱਥੇ ਗਏ। ਜਦੋਂ ਉਹਨਾਂ ਨੇ ਸਾਰਾ ਇੱਕੋ ਸਾਂਝਾ ਜਿਹੜਾ ਸੀ ਨਾ ਚਿਖਾ, ਵੱਡੀ ਇੱਕ ਚਿਖਾ ਤਿਆਰ ਕੀਤੀ, ਇੱਕ ਟੋਕਰਾ ਲੈ ਕੇ ਉਹਨਾਂ ਨੇ ਜਿਹੜੇ ਵੱਖ-ਵੱਖ ਅੰਗ ਖਿਲਰੇ ਹੋਏ ਸਨ, ਉਹਨਾਂ ਨੇ ਉਹ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ।
ਥੋੜੀਆਂ ਵਿੱਚੋਂ ਸਾਬਤ ਦੇਈਆਂ ਸਨ, ਉਹ ਇਕੱਠੀਆਂ ਕੀਤੀਆਂ, ਬਾਹਾਂ ਇਕੱਠੀਆਂ, ਕੋਈ ਅੰਗ ਕੋਈ ਕਿਸੇ ਥਾਂ ਤੋਂ, ਕੋਈ ਕਿਸੇ ਥਾਂ ਤੋਂ, ਤੇ ਸ਼ਾਮ ਪੈ ਗਈ। ਭਾਈ ਕੇਰ ਸਿੰਘ ਦੀ ਮਾਂ ਨੇ ਨਾ ਜਿਹੜੀ ਉਹ ਲੱਤ ਆਪਣੇ ਸੀਨੇ ਨਾਲ ਲਾ ਕੇ ਰੱਖੀ, ਤੇ ਫਿਰ ਸ਼ਾਮ ਦੇ ਵੇਲੇ ਜਦੋਂ ਦਾਹ ਸੰਸਕਾਰ ਕਰਨ ਲੱਗੇ, ਭਾਈ ਕੇਰ ਸਿੰਘ ਦੀ ਮਾਂ ਨੂੰ ਰੋਂਦੀ ਤੋਂ ਜਿਹੜੀ ਉਹ ਲੱਤ ਸੀ ਲੈ ਕੇ ਮਗਦੀ ਹੋਈ ਜੋ ਚਿਖਾ ਉਹਦੇ ਉੱਪਰ ਰੱਖ ਕੇ ਲਾਂਬੂ ਲਾਇਆ, ਅਰਦਾਸ ਬੇਨਤੀ ਹੋਈ, ਤੇ ਜੋ ਉਸ ਵਕਤ ਮੁੱਖ ਵਾਕ ਆਇਆ ਕੌਮ ਨੇ ਉਹ ਵੀ ਸਾਂਭਿਆ। ਮਹਾਰਾਜੀਆਂ ਦੇ ਪਾਵਨ ਪਵਿੱਤਰ ਸ਼ਬਦ ਆਏ, ਜੋ ਲੋੜੀਂਦੇ RAM ਸੇਵਕ ਸੇਈ ਕਾਂਢਿਆ, ਨਾਨਕ ਜਾਣੈ ਸਤ ਸਾਈਂ ਸੰਤ ਨਾ ਬਾਹਰਾ। ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਤੇ ਜਿਨ੍ਹਾਂ ਨੇ ਸਾਧ ਸੰਗਤ ਜੀਓ ਸ਼ਹਾਦਤਾਂ ਦਾ ਜਾਮ ਪੀਤਾ, ਜਿਨ੍ਹਾਂ ਨੂੰ ਆਪਾਂ ਅਰਦਾਸ ਵਿੱਚ ਯਾਦ ਕਰਦੇ ਹਾਂ ਕਿ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ। ਅੱਜ ਉਹ ਸਾਕੇ ਵਾਪਰੇ ਨੂੰ ਸਾਧ ਸੰਗਤ ਜੀਓ ਲਗਭਗ ਅੱਜ 101 ਸਾਲ ਵਾਪਰਿਆ ਹੈ। 1921 ਫਰਵਰੀ 1921 ਦੀਆਂ ਇਹ ਘਟਨਾਵਾਂ ਹਨ। ਅੱਜ ਉਹ ਮਹਾਨ ਦਿਹਾੜਾ ਹੈ। ਅੱਜ ਆਪਾਂ ਉਹਨਾਂ ਮਹਾਨ ਗੁਰੂ ਕੇ ਸਿੰਘਾਂ ਨੂੰ, ਗੁਰੂ ਕੇ ਜਿਨ੍ਹਾਂ ਨੇ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਅਸਥਾਨ ਤੇ ਲੱਗੇ ਹੋਏ ਦਾਗਾਂ ਨੂੰ ਸਾਧ ਸੰਗਤ ਜੀਓ ਆਪਣੇ ਖੂਨ ਦੇ ਨਾਲ ਧੋ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਨੂੰ ਆਜ਼ਾਦ ਕਰਵਾਇਆ। ਕੌਮ ਨੂੰ ਉਹਨਾਂ ਪਾਵਨ ਪਵਿੱਤਰ ਅਸਥਾਨਾਂ ਦੀਆਂ ਸਾਧ ਸੰਗਤ ਜੀਓ ਸੇਵਾਵਾਂ ਮਿਲੀਆਂ। ਸੋ ਆਓ ਜੋ ਅੱਜ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਪਾਵਨ ਪਵਿੱਤਰ ਬਚਨ ਬਖਸ਼ਿਸ਼ ਕੀਤੇ ਹੋਏ ਹਨ। ਆਓ ਇਹਨਾਂ ਪਾਵਨ ਪਵਿੱਤਰ ਬਚਨਾਂ ਦੀ ਵਿਚਾਰ ਗੁਰੂ ਕੀ ਕਿਰਪਾ ਰਹਿਮਤ ਦੇ ਸਦਕਾ ਆਓ ਆਪਾਂ ਪ੍ਰਾਰੰਭ ਕਰੀਏ। ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਬਚਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੋਢੀ ਸੁਲਤਾਨ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਬੋਲ ਕਰੋ ਮਨ ਬਿਰਤੀਆਂ ਨੂੰ ਇਕਾਗਰ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਬਿਲਾਵਲ ਮਹੱਲਾ ਚੌਥਾ। ਹਰ ਹਰ ਨਾਮ ਸੀਤਲ ਜਲ ਧਿਆਵਹੋ, ਹਰ ਚੰਦਨ ਵਾਸ ਸੁਗੰਧ ਗੰਧਈਆ। ਹੇ ਭਾਈ ਆਓ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਪਾਵਨ ਪਵਿੱਤਰ ਮੁਖ ਵਾਕ ਰਾਗ ਬਿਲਾਵਲ ਅੰਦਰ ਪਾਵਨ ਅੰਗ 833 ਉੱਪਰ ਸ਼ਬਦ ਸੁਸ਼ੋਭਤ ਹੈ। ਹਰੀ ਦਾ ਨਾਮ ਅਤਿਅੰਤ ਠੰਡਾ, ਠਾਰ ਸੀਤਲ ਜਲ ਨਵਾਂਗ। ਹਰ ਹਰ ਨਾਮ ਸੀਤਲ ਜਲ ਧਿਆਵੋ, ਹਰ ਚੰਦਨ ਵਾਸ ਸੁਗੰਧ ਗੁੰਦਈਆ। ਜਿਸ ਤਰ੍ਹਾਂ ਚੰਦਨ ਦੀ ਵਾਸ਼ਨਾ ਸਾਰੀ ਵਨਸਪਤੀ ਨੂੰ ਸੁਗੰਧਿਤ ਕਰ ਦਿੰਦੀ ਹੈ, ਹਰੀ ਪਰਿਪੂਰਨ ਪਰਮਾਤਮਾ ਜੀ ਦਾ ਨਾਮ ਵੀ ਸਾਰੇ ਪਾਸੇ ਇਸੇ ਤਰ੍ਹਾਂ ਸੁਗੰਧੀ ਫੈਲਾਉਣ ਵਾਲਾ ਹੈ। ਮਿਲ ਸਤ ਸੰਗਤ ਪਰਮ ਪਦ ਪਾਇਆ, ਮੈਂ ਹਿਰਡ ਪਲਾਸ ਸੰਗ ਹਰ ਬੁਹੀਆ। ਮੈਂ ਸੰਗਤ ਦੇ ਨਾਲ ਮਿਲ ਕਰਕੇ, ਸੰਗਤ ਦੇ ਨਾਲ ਸ਼ੋਭਤ ਵਿੱਚ ਮਿਲ ਕਰਕੇ ਸੰਗਤ ਕੀਤੀ ਚੰਦਨ ਦੀ, ਸੰਗਤ ਕੀਤੀ ਭਲਿਆਂ ਦੀ। ਸੰਗਤ ਕਰਨ ਦੇ ਨਾਲ ਜੋ ਮੈਂ ਇੱਕ ਹਰੜ ਤੇ ਪਲਾਸ, ਅਰਿੰਡ ਤਥਾ ਛਿਛਰਾ ਜੋ ਢੱਕ ਪਲਾਸ, ਉਸ ਨਿਕੰਮੇ ਰੁੱਖ ਵਰਗਾ ਸਾਂ। ਗੁਰੂ ਦੀ ਕਿਰਪਾ, ਗੁਰੂ ਦੀ ਸੰਗਤ ਦੇ ਨਾਲ ਮੈਂ ਵੀ ਉੱਤਮ ਹੋ ਗਿਆ। ਜਿਨ੍ਹਾਂ ਨੇ ਚੰਦਨ ਦੀ ਸੰਗਤ ਕੀਤੀ ਉਹ ਵਨਸਪਤੀ ਸੁਗੰਧਿਤ ਹੋਈ, ਜਿਨ੍ਹਾਂ ਨੇ ਗੁਰੂ ਦੀ ਸੰਗਤ ਕੀਤੀ ਉਹ ਵੀ ਗੁਰੂ ਵਾਂਗ ਉੱਤਮ ਹੋ ਗਏ। ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਬੋਲ ਹਨ ਪਾਵਨ ਪਵਿੱਤਰ ਬਾਣੀ ਦੇ ਵਿੱਚੋਂ। ਕਿਉਂ ਜਿਉਂ ਮੀਂਹ ਉੱਠੈ ਗਲੀਆਂ ਨਾਲਿਆਂ ਟੋਭਿਆਂ ਕਾ, ਜਲ ਜਾਏ ਪਵਾ ਵਿੱਚ ਸੁਰਸਰੀ, ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਜਾਵੇ। ਜਿਵੇਂ ਕੋਈ ਗਲੀਆਂ ਨਾਲਿਆਂ ਦਾ ਪਾਣੀ ਜਾ ਕੇ ਗੰਗਾ ਵਿੱਚ ਪੈ ਜਾਏ, ਜਿਵੇਂ ਉਹ ਪਵਿੱਤਰ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਕੋਈ ਪਾਪੀ ਗੁਰੂ ਦੀ ਸੰਗਤ ਵਿੱਚ ਆਵੇ, ਉਹ ਵੀ ਉਸੇ ਤਰ੍ਹਾਂ ਪਵਿੱਤਰ ਹੋ ਜਾਂਦਾ ਹੈ। ਮਿਲ ਸਤ ਸੰਗਤ ਪਰਮ ਪਦ ਪਾਇਆ ਭਾਈ, ਮੈਂ ਵੀ ਪਰਮ ਪਦਵੀ ਪਾ ਲਈ ਹੈ। ਹਿਰਡ ਪਲਾਸ ਸੰਗ ਹਰ ਬੁਹੀਆ। ਭਾਈ ਹੁਣ ਉਹ ਸੁਗੰਧਤ ਨੇ ਸਾਰੇ ਪਾਸੇ ਸੁਗੰਧੀ ਫੈਲਾ ਦਿੱਤੀ ਹੈ। ਜਪ ਜਗਨਨਾਥ ਜਗਦੀਸ਼ ਗੁਸਈਆ। ਹੇ ਭਾਈ ਆਓ ਉਸ ਜਗਨਨਾਥ ਜਗਤ ਦੇ ਨਾਥ ਨੂੰ ਗੁਸਾਈ ਦਾ ਸਿਮਰਨ ਕਰੀਏ। ਸ਼ਰਨ ਪਰੇ ਸੇ ਜਨ ਉਬਰੇ,
ਜਿਉ ਪ੍ਰਹਿਲਾਦ ਉਧਾਰ ਸਮਈਆ। ਜਿਹੜੇ ਜਿਹੜੇ ਉਹਦੀ ਸ਼ਰਨ ਦੇ ਵਿੱਚ ਪਏ, ਸ਼ਰਨ ਪਰੇ, ਸਈ ਜਨ ਉਭਰੇ, ਉਹ ਉਭਰ ਗਏ, ਬਚ ਗਏ। ਕਿਸ ਤਰ੍ਹਾਂ ਜੀ? ਮਹਾਰਾਜ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਜਿਸ ਤਰ੍ਹਾਂ ਭਗਤ ਪ੍ਰਹਿਲਾਦ ਜੀ ਉਭਰ ਗਏ। ਜਿਉਂ ਪ੍ਰਹਿਲਾਦ ਉਧਾਰ ਸਮਈਆ, ਜਿਵੇਂ ਉਹਨਾਂ ਦਾ ਉਧਾਰ ਹੋਇਆ, ਇਸੇ ਤਰ੍ਹਾਂ ਮਾਲਕ ਦੀ ਸ਼ਰਨ ਵਿੱਚ ਪੈਣ ਵਾਲੇ ਉਹਨਾਂ ਦਾ ਵੀ ਉਧਾਰ ਹੋਇਆ। ਰਹਾਉ ਭਾਰ 18 ਮਹ ਚੰਦਨ ਊਤਮ, ਚੰਦਨ ਨਿਕਟ ਸਭ ਚੰਦਨ ਹੋਈਆ। ਇਹਨਾਂ ਵਿੱਚੋਂ ਸਾਰੀ ਵਨਸਪਤੀ ਦੇ ਵਿੱਚੋਂ ਭਾਰ 18 ਮੈਂ ਚੰਦਨ ਉੱਤਮ, ਚੰਦਨ ਨੂੰ ਉੱਤਮ ਮੰਨਿਆ ਗਿਆ। ਔਰ ਚੰਦਨ ਦੇ ਕੋਲ ਜਿਤਨੀ ਵਨਸਪਤੀ ਸੀ ਉਹਨੇ ਸਾਰਿਆਂ ਨੂੰ ਆਪਣੀ ਸੁਗੰਧਿਤ ਦੇ ਨਾਲ ਲਬਰੇਜ਼ ਕਰ ਦਿੱਤਾ। ਤੇ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਉੱਤਮ ਸੰਗਤ ਦੇ ਅੰਦਰ ਜਾ ਕੇ ਬੈਠੇ, ਗੁਰੂ ਦੇ ਕੋਲ ਬੈਠੇ ਉੱਤਮ ਸੰਗਤ ਨੇ, ਉੱਤਮ ਗੁਰੂ ਜੀਆਂ ਨੇ ਸਾਨੂੰ ਵੀ ਆਪਣੇ ਨਾਲ ਮਿਲਾ ਕੇ ਉੱਤਮ ਕਰ ਲਿਆ। ਭਗਤ ਕਬੀਰ ਸਾਹਿਬ ਜੀ ਕਹਿੰਦੇ ਹੁਣ ਕੋਈ ਕਰੋ ਖਾਂ ਵੱਖ, ਕਿਵੇਂ ਸਾਨੂੰ ਕੋਈ ਵੱਖ ਕਰ ਸਕਦਾ ਹੈ। ਕਬੀਰ ਤਾਂ ਕਹਿੰਦੇ ਇਸ ਤਰ੍ਹਾਂ ਪ੍ਰਮਾਤਮਾ ਨਾਲ ਮਿਲ ਗਿਆ ਜਿਉਂ ਜਲ, ਜਿਸ ਤਰ੍ਹਾਂ ਪਾਣੀ ਵਿੱਚ ਪਾਣੀ ਮਿਲਿਆ ਹੈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਤਾਂ ਬਚਨ ਕਰਦੇ ਨੇ, ਜਿਉਂ ਜਲ ਮੈਂ ਜਲ ਆਏ ਖਟਾਨਾ। ਜਿਸ ਤਰ੍ਹਾਂ ਪਾਣੀ ਵਿੱਚ ਪਾਣੀ ਮਿਲ ਗਿਆ, ਇਸੇ ਤਰ੍ਹਾਂ ਕਹਿੰਦੇ ਫਿਰ ਭਗਤ ਵੀ, ਆਏ ਹੋਏ ਸੇਵਕ ਵੀ ਉਸੇ ਨਾਲ ਇਸ ਤਰ੍ਹਾਂ ਮਿਲ ਗਏ, ਕੋਈ ਚਾਹ ਕੇ ਵੀ ਫਿਰ ਉਹਨਾਂ ਨੂੰ ਵੱਖ ਨਹੀਂ ਕਰ ਸਕਦਾ। ਭਾਰ 18 ਮੈਂ ਚੰਦਨ ਉੱਤਮ, ਚੰਦਨ ਨਿਕਟ ਸਭ ਚੰਦਨ ਹੋਈਆ। ਉਹ ਵੀ ਸਾਰੇ ਚੰਦਨ ਵਾਂਗ ਉੱਤਮ ਹੋ ਗਏ। ਸਾਕਤ ਕੂੜੇ ਊਬ ਸੁਖ ਹੋਏ, ਮਨ ਅਭਿਮਾਨ ਵਿਛੜ ਦੂਰ ਗਈਆ। ਇਹਨਾਂ ਵਿੱਚੋਂ ਮਹਾਰਾਜ ਕਹਿੰਦੇ ਭਾਈ ਕੋਈ ਖਾਲੀ ਵੀ ਰਹਿ ਗਏ। ਕਈ ਜਿਹੜੇ ਪੌਦੇ ਧਰਤੀ ਤੋਂ ਖੁਰਾਕ ਵੀ ਪੂਰੀ ਖਾਧੀ, ਧੁੱਪ ਵੀ ਉਹਨਾਂ ਨੂੰ ਪੂਰੀ ਲੱਗੀ, ਪਾਣੀ ਵੀ ਉਹਨਾਂ ਨੇ ਪੂਰਾ ਲਿਆ, ਪਰ ਉਹ ਕੀ ਹੋਇਆ? ਮਨ ਮੁਖ ਸਾਕਤ ਕੂੜੇ ਊਬ ਸੁੱਕ ਹੋਏ। ਉਹ ਕਹਿੰਦੇ ਖਲੋਤੇ ਹੀ ਸੁੱਕ ਗਏ। ਮਹਾਰਾਜ ਸੁੱਕ ਕਿਉਂ ਗਏ? ਅਗਲੀ ਪੰਕਤੀ ਵਿੱਚ ਕਹਿੰਦੇ ਮਨ ਅਭਿਮਾਨ ਵਿਛੜ ਦੂਰ ਗਈਆ। ਉਹ ਆਪਣੇ ਅਭਿਮਾਨ ਦੇ ਵਿੱਚ ਹੀ ਸੁੱਕ ਗਏ, ਉਹ ਆਪਣੇ ਅਹੰਕਾਰ ਵਿੱਚ ਹੀ ਸੁੱਕ ਗਏ ਵੀ ਮੈਂ ਬੜਾ ਸਿਆਣਾ ਹਾਂ, ਮੇਰੇ ਵਰਗਾ ਕੋਈ ਦਾਨਸ਼ਵਰ ਹੋਰ ਹੈ ਹੀ ਨਹੀਂ। ਉਹ ਆਪਣੇ ਅਹੰਕਾਰ ਵਿੱਚ ਸੁੱਕ ਗਏ ਵੀ ਮੇਰੀ ਸੇਵਾ ਉੱਤਮ ਹੈ। ਮਹਾਰਾਜ ਕਹਿੰਦੇ ਇਹ ਅਭਿਮਾਨ ਜੀਵ ਨੂੰ ਸੁਕਾ ਦਿੰਦਾ ਹੈ। ਜਿਵੇਂ ਪੌਦਾ ਕੋਈ ਸੁੱਕ ਗਿਆ, ਜਿਵੇਂ ਬਚਨ ਹਨ ਨਾ, ਪੇੜ ਮੁੰਡਾਹੂ ਕੱਟਿਆ ਤਿਸ ਡਾਲ ਸੁਕੰਦੇ। ਪੇੜ ਧਰਤੀ ਜਾਂ ਜੜ ਦੇ ਨਾਲੋਂ ਕੱਟਿਆ ਜਾਵੇ, ਉਹਦੇ ਪੱਤੇ ਸੁੱਕ ਜਾਂਦੇ ਨੇ। ਮਹਾਰਾਜ ਕਹਿੰਦੇ ਭਾਈ ਅਸੀਂ ਜਾਂ ਜਿਹੜੇ ਮਾਲਕ ਤੋਂ ਦੂਰ ਹੋਏ ਉਹ ਇਸੇ ਤਰ੍ਹਾਂ ਸੁੱਕ ਗਏ। ਸਾਕਤ ਕੂੜੇ ਉਬ ਸੁੱਕ ਹੋਏ, ਮਨ ਅਭਿਮਾਨ ਵਿਛੜ ਦੂਰ ਗਈਆ। ਆਪਣੇ ਅਹੰਕਾਰ ਦੇ ਕਾਰਨ ਹਰ ਗਤ ਮਿਤ ਕਰਤਾ ਆਪੇ ਜਾਣੈ, ਸਭ ਵਿਦ ਹਰ ਹਰ ਆਪ ਬਨਈਆ। ਉਹ ਆਪਣੀ ਵਡਿਆਈ ਮਾਲਕ ਆਪ ਹੀ ਜਾਣਦਾ ਹੈ। ਉਹ ਪਰਿਪੂਰਨ ਪਰਮਾਤਮਾ ਹਰ ਗਤ ਮਿਤ ਕਰਤਾ ਆਪੇ ਜਾਣੈ। ਉਹ ਆਪਣੇ ਬਾਬਤ ਉਹ ਆਪ ਕਿੱਡਾ ਹੈ, ਉਸ ਜੈਸਾ ਉਹ ਪਰਿਪੂਰਨ ਪਰਮਾਤਮਾ ਆਪ ਹੀ ਜਾਣਦਾ ਹੈ। ਸਭ ਵਿਦ ਹਰ ਹਰ ਆਪ ਬਣਈਆ। ਉਹ ਆਪਣੀ ਵਿਧੀ ਆਪਣੀ ਮਰਜ਼ਾਦਾ ਆਪ ਹੀ ਬਣਾਉਂਦਾ ਹੈ। ਜਿਸ ਸਤਿਗੁਰ ਭੇਟੇ ਸੋ ਕੰਚਨ ਹੋਵੈ, ਜੋ ਧੁਰ ਲਿਖਿਆ ਸੋ ਮਿਟੈ ਨਾ ਮਿਟਈਆ। ਸਾਧ ਸੰਗਤ ਜੀਓ, ਜਿਸ ਸਤਿਗੁਰ ਭੇਟੇ ਸੋ ਕੰਚਨ ਹੋਵੈ। ਜਿਹਨੂੰ ਮਾਲਕ ਜੀ ਮਿਲ ਪਏ ਉਹ ਜੀਵ ਉੱਤਮ ਹੋ ਗਏ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਬਚਨ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕਹਿੰਦੇ ਹਿਰਦੇ ਰੂਪੀ ਜੋ ਮਨੂਆ ਸੀ ਨਾ ਅੰਦਰ, ਪਾਪ ਮਨੂਰ ਭਇਆ ਮਨੂਰ ਕੰਚਨ ਫਿਰ ਹੋਵੈ, ਜੇ ਗੁਰ ਮਿਲੈ ਤਨੇਹਾ। ਭਇਆ ਮਨੂਰ, ਮਾਰੂ ਰਾਗ ਦਾ ਇਹ ਪਾਵਨ ਪਵਿੱਤਰ ਬਚਨ, ਭਇਆ ਮਨੂਰ ਕੰਚਨ ਫਿਰ ਹੋਵੈ, ਜੇ ਗੁਰ ਮਿਲੈ ਤਨੇਹਾ। ਏਕ ਨਾਮ ਅੰਮ੍ਰਿਤ ਉਹ ਦੇਵੈ, ਤਉ ਨਾਨਕ ਤ੍ਰਿਸ਼ਟਿਸ ਦੇਹਾ। ਕੱਚੋ ਕੰਚਨ ਭਇਓ, ਸ਼ਬਦ ਗੁਰ ਸਰਵਣੈ ਸੁਣਿਓ, ਵਿਖ ਤੇ ਅੰਮ੍ਰਿਤ ਹੋਇਓ। ਮਾਲਕ ਜੀ ਨੇ ਜਦੋਂ ਰਹਿਮਤ ਕੀਤੀ, ਕੱਚ ਤੋਂ ਉਹ ਵੀ ਕੰਚਨ ਹੋ ਗਏ। ਜਿਸ ਸਤਿਗੁਰ ਭੇਟੇ ਸੋ ਕੰਚਨ ਹੋਵੈ, ਉਹ ਜੀਵ ਕੰਚਨ ਵਾਂਗ ਉੱਤਮ ਹੋ ਗਏ। ਜੋ ਧੁਰ ਲਿਖਿਆ, ਜੋ ਧੁਰੋਂ ਲਿਖਿਆ ਹੈ
ਸੋ ਮਿਟੈ ਨਾ ਮਿਟਈਆ, ਕਿਸੇ ਦੇ ਮਿਟਿਆ ਮਿਟਦਾ ਨਹੀਂ, ਵੀ ਕਿਸੇ ਦੀ ਵਡਿਆਈ ਨੂੰ ਕੋਈ ਘਟਾਣੀ ਚਾਹੇ ਉਹ ਉਹਦੀ ਵਡਿਆਈ ਨੂੰ ਨਹੀਂ ਘਟਾ ਸਕਦਾ। ਰਤਨ ਪਦਾਰਥ ਗੁਰਮਤਿ ਪਾਵੈ, ਸਾਗੁਰ ਭਗਤ ਭੰਡਾਰ ਖੁਲਈਆ। ਮਾਲਕ ਜੀਆਂ ਦੇ ਘਰ ਦੇ ਅੰਦਰ ਭਰੇ ਹੋਏ ਹਨ ਖਜ਼ਾਨੇ। ਤੂੰ ਠਾਕੁਰੋ ਬੈਰਾਗਰੋ ਮੈਂ ਜੇਹੀ ਕਣ ਚੇਰੀ RAM, ਤੂੰ ਸਾਗਰੋ ਰਤਨਾਗਰੋ ਹਉ ਸਾਰ ਨਾ ਜਾਣਾ ਤੇਰੀ RAM। ਮੇਰੇ ਮਾਲਕ ਜੀ ਤੇਰੇ ਭੰਡਾਰੇ ਭਰੇ ਪਏ ਹਨ। ਔਰ ਇਹ ਗੁਰੂ ਦੀ ਮੱਤ ਦੇ ਰਾਹੀਂ ਇਹਨਾਂ ਰਤਨਾ ਜਵੇਰਾਂ ਦੀ ਸੋਝੀ, ਇਹਨਾਂ ਦੀ ਬਖਸ਼ਿਸ਼ ਨਸੀਬ ਹੁੰਦੀ ਹੈ ਗੁਰੂ ਦੀ ਮੱਤ ਦੇ ਰਾਹੀਂ, ਜਿਸ ਦੀ ਝੋਲੀ ਵਿੱਚ ਤੁਸੀਂ ਪਾਉਂਦੇ ਹੋ। ਗੁਰ ਚਰਣੀ ਇਕ ਸਰਦਾ ਉਪਜੀ, ਮੈਂ ਹਰ ਗੁਣ ਕਹਤੇ ਤ੍ਰਿਪਤ ਨ ਭਈਆ। ਹੁਣ ਮਾਲਕ ਜੀ ਨੇ ਇੰਨੀ ਕਹਿੰਦੇ ਰਹਿਮਤ ਕਰ ਦਿੱਤੀ। ਇਹ ਤਾਂ ਧੰਨ ਗੁਰੂ ਰਾਮਦਾਸ ਪਿਤਾ ਜੀ ਦਾ ਅੰਦਰ ਹੀ ਹੈ। ਕੱਲ ਵੀ ਇਸ ਪਾਵਨ ਪਵਿੱਤਰ ਸ਼ਬਦ ਦੀ ਆਪਾਂ ਨੇ ਵਿਚਾਰ ਸਤਿਗੁਰੂ ਜੀ ਕੀ ਬਖਸ਼ੇ ਸਦਕਾ ਕੀਤੀ ਸੀ। ਇਹ ਤਾਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਉਹਨਾਂ ਦਾ ਹਿਰਦਾ ਹੈ। ਮਹਾਰਾਜ ਕਹਿੰਦੇ ਭਾਈ ਹੁਣ ਤਾਂ ਉਹਦੇ ਗੁਣਾਂ ਨੂੰ ਗਾਉਂਦਿਆਂ ਗਾਉਂਦਿਆਂ ਚਿੱਤ ਕਰਦਾ ਹੈ ਵੀ ਗਾਈ ਜਾਈਏ ਗਾਈ ਜਾਈਏ ਗਾਈ ਜਾਈਏ। ਗੁਰ ਚਰਨੀ ਇੱਕ ਸ਼ਰਧਾ ਉਪਜੀ, ਗੁਰੂ ਦੇ ਚਰਨਾਂ ਅੰਦਰ ਐਸੀ ਪ੍ਰੀਤ ਉਪਜੀ, ਐਸੀ ਪ੍ਰੀਤ ਉਪਜੀ, ਮੈਂ ਹਰ ਗੁਣ ਕਹਤੇ ਤ੍ਰਿਪਤ ਨ ਪਈਆ। ਕਹਿੰਦੇ ਹੁਣ ਰੱਜ ਆਉਂਦਾ ਹੀ ਨਹੀਂ, ਹੁਣ ਤਾਂ ਰੱਜ ਆਉਂਦਾ ਹੀ ਨਹੀਂ। ਨਾਮ ਸਿਮਰ ਸਿਮਰ ਕੇ ਜਗਿਆਸੂ ਜਨ ਉਹਦਾ ਚਿੱਤ ਕਰਦਾ ਹੈ ਕਿ ਉਹਦੇ ਨਾਮ ਨੂੰ ਮੈਂ ਸਿਮਰੀ ਜਾਵਾਂ। ਫਿਰ ਉਹ ਇਹ ਨਹੀਂ ਵੇਖਦੇ ਵੀ ਦਿਨ ਕਿਹੜਾ ਹੈ, ਸਮਾਂ ਕਿਹੜਾ ਹੈ। ਕੋਈ ਇਹ ਗੱਲ ਥੋੜਾ ਵੇਖ ਕੇ ਕਿ ਵੀ ਹੁਣ ਪ੍ਰਮਾਤਮਾ ਨੂੰ ਜਪਣ ਦਾ ਵੇਲਾ ਬਈ ਬਸ ਹੁਣ ਵੀ ਇੰਨੇ ਵਜੇ ਹੀ ਜਪਣਾ ਮੈਂ ਪ੍ਰਮਾਤਮਾ ਨੂੰ। ਨਹੀਂ, ਕਿਸੇ ਇੱਕ ਮਾਂ ਦਾ ਪੁੱਤਰ ਦੂਰ ਦਰਾਡੇ ਕਿਤੇ ਗਿਆ ਹੋਵੇ ਤੇ ਮਾਂ ਘੜੀ ਵੇਖ ਕੇ ਥੋੜਾ ਯਾਦ ਕਰਦੀ ਹੈ, ਉਹਦੇ ਹਿਰਦੇ ਅੰਦਰ ਪਿਆਰ। ਇਹ ਥੋੜਾ ਇੰਨੇ ਵਜੇ ਵੀ ਉਸੇ ਸਮੇਂ ਘੜੀ ਵੇਖ ਕੇ ਹੀ ਚੇਤਾ ਆਵੇਗਾ। ਨਹੀਂ, ਉਹ ਤਾਂ ਕੀ ਪਤਾ ਅੱਧੀ ਰਾਤ ਵੀ ਉੱਠ ਕੇ ਆਪਣੇ ਪੁੱਤਰ ਦੀ ਯਾਦ ਵਿੱਚ ਬੈਠੀ ਹੋਵੇ। ਤੇ ਇਸੇ ਤਰ੍ਹਾਂ ਪਿਆਰੇ ਰੱਬ ਨੂੰ ਸਿਮਰਨ ਵਾਲੇ ਉਹ ਵੀ ਕੀ ਪਤਾ ਅੱਧੀ ਰਾਤ ਉੱਠ ਕੇ ਆਪਣੇ ਜਿਸ ਤੋਂ ਵਿਛੜੇ ਹੋਏ ਹਨ ਉਹਦੇ ਸੰਗ ਜੁੜ ਕਰਕੇ ਉਹਦੀ ਯਾਦ ਸਿਮਰਨ ਵਿੱਚ ਜੁੜ ਕੇ ਬੈਠੇ ਹੋਣ। ਗੁਰ ਚਰਨੀ ਇੱਕ ਸ਼ਰਧਾ ਉਪਜੀ, ਮੈਂ ਹਰ ਗੁਣ ਕਹਤੇ ਤ੍ਰਿਪਤ ਨ ਭਈਆ। ਹੁਣ ਚਿੱਤ ਕਰਦਾ ਹੈ ਬਸ ਸਿਮਰੀ ਜਾਵਾਂ, ਚਿੱਤ ਕਰਦਾ ਹੈ ਬਸ ਉਸੇ ਨੂੰ ਮੈਂ ਯਾਦ ਕਰੀ ਜਾਵਾਂ। ਪਰਮ ਬੈਰਾਗ ਨਿਤ ਨਿਤ ਹਰ ਧਿਆਏ, ਮੈਂ ਹਰ ਗੁਣ ਕਹਤੇ ਭਾਵ ਨੀ ਕਹੀਆ। ਨਿਤ ਨਿਤ ਹਰ ਧਿਆਏ, ਨਿਤਾ ਪ੍ਰਤ ਧਿਆ ਕੇ ਪਰਮ ਬੈਰਾਗ ਸ੍ਰੇਸ਼ਟ ਮਾਲਕ ਜੀਆਂ ਨੇ ਪਦਵੀ ਬਖਸ਼ ਦਿੱਤੀ। ਉੱਤਮ ਬੈਰਾਗ ਹਿਰਦੇ ਅੰਦਰ ਪੈਦਾ ਹੋਇਆ। ਮੈਂ ਹਰ ਗੁਣ ਕਹਤੇ, ਹਰੀ ਦੇ ਗੁਣਾਂ ਨੂੰ ਕਹਿੰਦਿਆਂ ਹੋਇਆਂ ਇਹ ਆਪਣੀ ਭਾਵਨੀ ਦੱਸੀ ਹੈ, ਮੈਂ ਆਪਣਾ ਇਹ ਪ੍ਰੇਮ ਦੱਸਿਆ ਹੈ। ਬਾਰ ਬਾਰ ਖਿਨ ਖਿਨ ਪਲ ਕਹੀਐ, ਹਰ ਪਾਰ ਨ ਪਾਵੈ ਪਰੈ ਪਰਈਆ। ਇਹ ਭਾਈ ਆਓ ਸਿਮਰੀਏ। ਮਹਾਰਾਜ ਕਿੰਨੇ ਕੁ ਦਿਨ ਸਿਮਰ ਲਈਏ? 5 ਦਿਨ, 10 ਦਿਨ, 11 ਦਿਨ, 21 ਦਿਨ। ਮਹਾਰਾਜ ਕਹਿੰਦੇ ਬਾਰ ਬਾਰ ਖਿਨ ਖਿਨ ਹਰ ਖਿਨ ਖਿਨ ਪਲ ਕਹੀਐ, ਵਾਰ ਵਾਰ ਕਹੀਏ। ਤੇ ਉਹਦੇ ਗੁਣਾਂ ਨੂੰ ਕਹਿੰਦਿਆਂ ਹੋਇਆਂ ਐਸਾ ਨਹੀਂ ਵੀ ਗੁਣਾਂ ਨੂੰ ਕਹਿ ਕਹਿ ਕੇ ਇੱਕ ਦਿਨ ਉਹਦਾ ਅੰਤ ਪਾ ਲਵਾਂਗੇ। ਨਹੀਂ, ਬਾਬਾ ਕਬੀਰ ਸਾਹਿਬ ਤਾਂ ਬਚਨ ਕਰਦੇ ਨੇ, ਸਨਕ ਸਨੰਦ ਮਹੇਸ਼ ਸਮਾਨਾ, ਸ਼ੇਖ ਨਾਗ ਤੇਰੋ ਮਰਮ ਨਾ ਜਾਨਾ, ਸਤ ਸੰਗਤ ਰਾਮ ਹਿਰਦੈ ਬਸਾਈ, ਰਾਓ ਹਨੂਮਾਨ ਸਰ ਗਰੁੜ ਸਮਾਨਾ, ਸੁਰਪਤ ਨਰਪਤ ਨਹੀਂ ਗੁਣ ਜਾਨਾ, ਚਾਰ ਬੇਦਰ ਸਿਮਰਤ ਪੁਰਾਨਾ, ਕਮਲਾ ਪਤ ਕਵਲਾ ਨਹੀਂ ਜਾਨਾ। ਮਹਾਰਾਜ ਕਹਿੰਦੇ ਭਾਈ ਇਹਨਾਂ ਨੇ ਨਹੀਂ ਅੰਤ ਪਾਇਆ, ਇਹਨਾਂ ਨੇ ਨਹੀਂ। ਸ਼ੇਖ ਨਾਗ ਜਿਹਦੇ ਹਜ਼ਾਰਾਂ ਫਨ ਨੇ ਤੇ ਹਰ ਇੱਕ ਫਨ ਦੇ ਨਾਲ ਪਰਮਾਤਮਾ ਦਾ ਨਵਾਂ ਨਾਮ ਲੈਂਦਾ ਹੈ, ਉਹਨੇ ਅੰਤ ਨਹੀਂ ਅਜੇ ਤੱਕ ਪਾਇਆ। ਇੱਕ ਦੂਜੀ ਪਉ ਲੱਖ ਹੋ ਹੈ, ਲੱਖ ਹੋਵੈ ਲੱਖ 20, ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼। ਲੱਖਾਂ ਇੱਕ ਤੋਂ ਲੱਖ, ਲੱਖ ਤੋਂ 10 ਲੱਖ ਜੀਬਾਂ ਵੀ ਹੋ ਜਾਣ ਤੇ ਮਹਾਰਾਜ ਜੀ ਕੀ ਬਚਨ ਕਰਦੇ ਹਨ? ਹਰ ਪਾਰ ਨ ਪਾਵੈ ਪਰੈ ਪਰਈਆ। ਉਹ ਤਾਂ ਦੂਰ ਤੋਂ ਦੂਰ ਹੈ, ਉਹਦਾ ਪਸਾਰਾ ਦੂਰ ਤੋਂ ਦੂਰ ਹੈ। ਸਾਸਤ ਵੇਦ ਪੁਰਾਣ ਪੁਕਾਰ ਹੈ, ਧਰਮ ਕਰਹੁ ਖਟ ਕਰਮ ਦਿਰਢਈਆ। ਸ਼ਾਸਤਰ ਵੇਦ ਵੀ ਇਹ ਪੁਕਾਰ ਕਰਦੇ ਹਨ ਕਿ ਭਾਈ ਤੁਸੀਂ ਧਰਮ ਕਮਾਓ, ਧਰਮ ਕਰੋ, ਖਟ ਕਰਮ ਦ੍ਰਿੜਈਆ, ਔਰ ਉੱਤਮ ਕਰਮਾਂ ਵਿੱਚ ਜੁੜਨਾ ਕਰੋ। ਮਨਮੁਖ ਪਾਖੰਡ ਭਰਮ ਬੇਘੂਤੇ, ਲੋਭ ਲਹਿਰ ਨਾਭ
ਭਾਰ ਬੁਡਈਆ। ਜਥਾ ਜਿਹੜੇ ਮਨੁੱਖ ਮਨਮੁਖ ਪਾਖੰਡ ਭਰਮ ਵਗੁੱਤੇ, ਭਰਮ ਦੇ ਅੰਦਰ ਪੈਣ ਕਰਕੇ ਜਿਹੜੇ ਮਨਮੁਖ ਸਨ ਉਹ ਇਹਨਾਂ ਲਹਿਰਾਂ ਦੇ ਅੰਦਰ ਹੀ ਫਸੇ ਰਹੇ। ਮਨਮੁਖ ਲਹਿਰ ਪਾਖੰਡ ਭਰਮ ਵਗੁੱਤੇ, ਮਨਮੁਖ ਪਾਖੰਡ ਭਰਮ ਵਗੁੱਤੇ, ਲੋਭ ਲਹਿਰ ਨਾ ਭਾਰ ਵਡਈਆ। ਤਥਾ ਇਸ ਲੋਭ ਦੀਆਂ ਲਹਿਰਾਂ ਦੇ ਅੰਦਰ ਹੀ ਉਹਨਾਂ ਦੇ ਜੀਵਨ ਦੀ ਜਿਹੜੀ ਨਈਆ ਉਹ ਡੁੱਬ ਗਈ, ਉਥੇ ਹੀ ਉਹ ਕਿਸ਼ਤੀ ਡੁੱਬ ਗਈ। ਨਾਮ ਜਪੋ ਨਾਮੇ ਗਤ ਪਾਵਹੁ, ਸਿਮਰਤ ਸਾਸਤਰ ਨਾਮ ਦਿਰੜਈਆ। ਇਹ ਭਾਈ ਨਾਮ ਨੂੰ ਸਿਮਰੋ, ਨਾਮ ਜਪੋ, ਨਾਮ ਨੂੰ ਸਿਮਰੋ, ਵਾਰ-ਵਾਰ ਸਿਮਰੋ ਉਸ ਪਰਿਪੂਰਨ ਪਰਮਾਤਮਾ ਦੇ ਨਾਮ ਨੂੰ। ਗਤ ਪਾਵੋ, ਉੱਤਮ ਸ੍ਰੇਸ਼ਟ ਪਦਵੀ ਪਾਵੋ। ਸਿਮਰਤ ਸ਼ਾਸਤਰ ਨਾਮ ਦ੍ਰਿੜਈਆ, ਇਹਨਾਂ ਵਿੱਚ ਵੀ ਨਾਮ ਨੂੰ ਦ੍ਰਿੜ ਕਰਵਾਇਆ ਗਿਆ। ਹਉ ਮੈਂ ਜਾਏ ਤਾਂ ਨਿਰਮਲ ਹੋਵੈ, ਗੁਰਮੁਖ ਪਰਚੈ ਪਰਮ ਪਦ ਪਈਆ। ਇਹ ਭਾਈ ਹਉਮੈ ਜਾਏ, ਜਿਸ ਵਕਤ ਜੀਵ ਦੇ ਵਿੱਚੋਂ ਹਉਮੈ ਚਲੀ ਗਈ, ਵਿਕਾਰ ਚਲੇ ਗਏ, ਇਹ ਅੰਦਰ ਨਿਰਮਲ ਹੋਇਆ ਤੇ ਸੇਵਕ ਜਨ ਪਰਮਾਤਮਾ ਦੇ ਨਾਲ ਗੁਰਮੁਖ ਪਰਚਾ, ਉਹ ਪਰਚ ਗਿਆ, ਉਹਦਾ ਹਿਰਦਾ ਮਾਲਕ ਜੀ ਦੇ ਨਾਲ ਜੁੜ ਗਿਆ। ਗੁਰਮੁਖ ਪਰਚੈ ਪਰਮ ਪਦ ਪਈਆ, ਤਥਾ ਉਹਨੂੰ ਪਰਮ ਪਦਵੀ ਪ੍ਰਾਪਤ ਹੋਈ। ਇਹੋ ਜਗ ਬਰਨ ਰੂਪ ਸਭ ਤੇਰਾ, ਜਿਤ ਲਾਭ ਹੈ ਸੇ ਕਰਮ ਕਮਈਆ। ਹੇ ਪਰਿਪੂਰਨ ਪਰਮਾਤਮਾ, ਇਹ ਸਾਰਾ ਸੰਸਾਰ ਤੇਰਾ ਥਾਪਿਆ ਹੋਇਆ ਹੀ ਤਾਂ ਹੈ। ਇਹ ਜਗ ਵਰਨ ਰੂਪ ਸਭ ਤੇਰਾ, ਇਹ ਤੇਰਾ ਸਾਜਿਆ ਹੋਇਆ ਹੈ, ਇਹ ਤੇਰਾ ਬਣਾਇਆ ਹੋਇਆ ਹੈ। ਤੇ ਫਿਰ ਧੰਨ ਗੁਰੂ ਰਾਮਦਾਸ ਸਾਡੇ ਵਰਗੇ ਨਿਮਾਣਿਆਂ ਨਤਾਣਿਆਂ ਲਈ ਅਰਦਾਸ ਕਰ ਦਿੰਦੇ ਨੇ, ਮਾਲਕ ਜੀ ਇਹ ਵਿਚਾਰੇ ਕੀ ਕਰਨ, ਇਹ ਵਿਚਾਰੇ ਕੀ ਕਰਨ, ਜਿਤ ਲਾਵੈ ਸੇ ਕਰਮ ਕਮਈਆ। ਮਾਲਕ ਜੀ ਜਿਹੜੇ ਪਾਸੇ ਤੁਸੀਂ ਲਾਇਆ ਹੋਇਆ ਹੈ ਉਹ ਕਰਮ ਕਮਾਉਂਦੇ ਨੇ ਨਾ। ਇਹ ਜਗ ਵਰਨ ਰੂਪ ਸਭ ਤੇਰਾ, ਜਿਤ ਲਾਵੈ ਸੇ ਕਰਮ ਕਮਈਆ। ਮਾਲਕ ਉਸੇ ਕਰਮਾਂ ਵਿੱਚ ਡੁੱਬੇ ਹੋਏ ਨੇ ਜਿਹੜੇ ਪਾਸੇ ਤੂੰ ਲਾਇਆ ਹੋਇਆ ਹੈ। ਨਾਨਕ ਜੰਤ ਬਜਾਈ ਵਾਜ ਹੈ, ਜਿਤ ਭਾਵੈ ਤਿਤ ਰਾਹ ਚਲਈਆ। ਮੇਰੇ ਮਾਲਕ ਜੀ ਇਹ ਤਾਂ ਉਹ ਜੰਤਰੀਆਂ ਨੇ, ਇਹ ਤਾਂ ਉਹ ਵਾਜੇ ਨੇ ਜਿਹੜੇ ਆਪ ਜੀਆਂ ਦੇ ਵਜਾਏ ਹੋਏ ਵੱਜਦੇ ਨੇ। ਨਾਨਕ ਜੰਤ ਵਜਾਏ ਵਾਜੈ, ਇਹ ਤਾਂ ਉਹ ਨਿਰਤਕਾਰ ਨੇ ਜਿਹੜੇ ਕੋਈ ਪਿੱਛੇ ਸਟੇਜ ਤੇ ਕੋਈ ਪਿੱਛੇ ਬੈਠਾ ਹੋਵੇ, ਜਿਵੇਂ ਉਹ ਚਲਾਉਂਦਾ ਹੈ ਇਹ ਤਾਂ ਜੀਵ ਉਸੇ ਤਰ੍ਹਾਂ ਚੱਲਦੇ ਹਨ। ਇਹਨਾਂ ਦੀਆਂ ਤੰਦਾਂ, ਇਹਨਾਂ ਦੀਆਂ ਰੱਸੀਆਂ ਮਾਲਕ ਜੀ ਆਪ ਜੀਆਂ ਦੇ ਹੱਥ ਦੇ ਅੰਦਰ ਹਨ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਸਾਧ ਸੰਗਤ ਜੀਓ, ਅੱਜ ਦੇ ਜੋ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਆਏ ਹੋਏ, ਜਿਨ੍ਹਾਂ ਦੀ ਗੁਰੂ ਕੀ ਹਜ਼ੂਰੀ ਵਿੱਚ ਮਿਲ ਬੈਠ ਕਰਕੇ ਸਤਿਗੁਰੂ ਜੀ ਕੀ ਹਜ਼ੂਰੀ ਵਿੱਚ ਪਾਵਨ ਪਵਿੱਤਰ ਬਚਨਾਂ ਦੀ ਕਥਾ ਵਿਚਾਰ ਆਪਾਂ ਨੇ ਸ਼੍ਰਵਣ ਕੀਤੀ ਹੈ। ਦੋ ਅੱਜ ਦੇ ਮਹਾਨ ਦਿਹਾੜੇ ਸਾਧ ਸੰਗਤ ਜੀਓ, ਇੱਕ ਨਨਕਾਣਾ ਸਾਹਿਬ ਦਾ ਸਾਕਾ, ਦੂਸਰਾ ਜੈਤੋ ਦਾ ਮੋਰਚਾ। ਮੈਂ ਫਿਰ ਬੇਨਤੀ ਕਰਕੇ ਇਹਦੀ ਸਮਾਪਤੀ ਕਰਾਂ। ਸਮਾਂ ਲੱਗੇ ਜ਼ਰੂਰ ਇਹਨਾਂ ਨੂੰ ਆਪਾਂ ਆਪਣੇ ਘਰਾਂ ਵਿੱਚ ਆਪਣੇ ਬੱਚਿਆਂ ਤੱਕ ਆਪਾਂ ਜ਼ਰੂਰ ਇਹਨਾਂ ਨੂੰ ਸਾਹ ਜ਼ਰੂਰ ਪਾਇਆ ਕਰੀਏ। ਕਾਰਨ ਇਹਦੇ ਪਿੱਛੇ ਕੀ ਹੈ, ਹੁਣ ਉਹ ਆਪ ਜੀ ਥੋੜਾ ਭਾਈ ਸਾਹਿਬ ਕਿਉਂ ਪੜ੍ਹਨਾ ਜ਼ਰੂਰੀ, ਪੜ੍ਹਨਾ ਕਿਉਂ ਹੋ ਜਾਂਦਾ ਹੈ। ਜਿਹਨੂੰ ਕਹਿੰਦੇ ਨੇ ਨਾ ਕਿ ਜਿਸ ਵਕਤ ਮਹਾਤਮਾ ਗਾਂਧੀ ਨੇ ਤਾਰ ਭੇਜੀ ਸੀ ਕਿ ਗੁਰੂ ਕੇ ਸਿੱਖਾਂ ਨੇ ਆਜ਼ਾਦੀ ਦੀ ਅੱਧੀ ਲੜਾਈ ਜਿੱਤ ਲਈ ਹੈ, ਉਹ ਇਹਨਾਂ ਜੋ ਜੈਤੋਂ ਦਾ ਮੋਰਚਾ ਸੀ, ਚਾਬੀਆਂ ਦੇ ਮੋਰਚੇ ਤੋਂ ਬਾਅਦ ਜਿਹੜੀ ਇਹ ਤਾਰ ਦਿੱਲੀ ਦੀ ਧਰਤੀ ਤੋਂ ਭੇਜੀ ਸੀ। ਅੱਜ ਜਿਹੜੇ ਇਤਿਹਾਸ ਵਿੱਚ ਵਿਗਾੜ ਪਾਉਣਾ ਚਾਹੁੰਦੇ ਨੇ, ਜਿਹੜੇ ਕਹਿੰਦੇ ਨੇ ਵੀ ਇਹਨਾਂ ਦਾ ਇਤਿਹਾਸ ਵਿੱਚ ਕੀ ਦੇਣ ਹੈ, ਉਹਨਾਂ ਨੂੰ ਘੱਟੋ ਘੱਟ ਦੱਸਣ ਵਾਸਤੇ ਤੇ ਆਪਣੇ ਸ਼ਾਨਾ ਮੱਤੇ ਇਤਿਹਾਸ ਦੇ ਉੱਪਰ ਗਰਵ ਕਰਨ ਵਾਸਤੇ ਜ਼ਰੂਰ ਆਪਾਂ ਉਹਨਾਂ ਇਤਿਹਾਸ ਦਿਆਂ ਪੱਤਰਿਆਂ ਨੂੰ ਜ਼ਰੂਰ ਪੜ੍ਹਿਆ ਕਰੀਏ। ਕਿਤੇ ਕੋਈ ਛੋਟੀ ਬਾਤ ਹੋਈ ਹੋਵੇਗੀ ਵੀ ਸਾਹਮਣੇ ਪਤਾ ਹੈ ਗੰਗਸਰ ਜੈਤੋਂ ਅਸਥਾਨ ਤੇ ਸਾਹਮਣੇ ਗੋਰਿਆਂ ਨੇ ਸਟੇਨ ਗੰਨਾਂ ਬੀੜੀਆਂ ਹੋਈਆਂ ਨੇ ਤੇ ਗੁਰੂ ਕੇ ਲਾਲ ਕਹਿੰਦੇ ਨੇ, ਗਾਉਂਦੇ ਹੋਏ ਜਾਂਦੇ ਨੇ ਬਈ ਸਤਿਗੁਰੂ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਤੇ ਸਾਨੂੰ ਰੋਕਣ ਵਾਲਾ ਕੋਈ ਨਹੀਂ ਸੀ, ਜ਼ਰੂਰ ਜਾਵਾਂਗੇ। ਤਥਾ ਜੋ ਉਹਨਾਂ ਨੇ ਸ਼੍ਰੀ ਅਖੰਡ ਪਾਠ ਸਾਹਿਬ ਅਖੰਡਿਤ ਕੀਤਾ ਹੋਇਆ ਹੈ, ਚੱਲਦੇ ਹੋਏ ਪਾਠ ਦੇ ਵਿੱਚੋਂ ਪਾਠੀ ਸਿੰਘ ਨੂੰ ਧੂ ਕੇ ਜੋ ਪਾਸੇ ਕੀਤਾ ਹੈ, ਉਸ ਬੇਅਦਬੀ ਦਾ ਬਦਲਾ ਅਸੀਂ ਜ਼ਰੂਰ ਲਵਾਂਗੇ। ਤਥਾ ਇਹ ਜਿਹੜੀ ਐਜੀਟੇਸ਼ਨ ਕੋਈ ਇੱਕ ਦੋ ਦਿਨ ਨਹੀਂ,
ਕਈ ਸਾਲ ਜਿਹੜੀ ਇਹ ਐਜੀਟੇਸ਼ਨ ਚੱਲੀ, ਅਖੀਰ ਹਾਰ ਕੇ ਗੋਰਾ ਸਰਕਾਰ ਨੂੰ ਗੁਰੂ ਕੇ ਲਾਲਾਂ ਸਾਹਮਣੇ ਉਹਨਾਂ ਨੂੰ ਝੁਕਣਾ ਪਿਆ। ਉਦੋਂ ਬਾਅਦ ਉਹਨਾਂ ਨੇ ਕਿਹਾ ਸੀ, ਕਹਿੰਦੇ ਤੁਸਾਂ ਨੇ ਆਜ਼ਾਦੀ ਦੀ ਅੱਧੀ ਲੜਾਈ ਜਿੱਤ ਲਈ। ਘਰਾਂ ਦੇ ਘਰ ਜਿਹਦੇ ਵਿੱਚੋਂ ਇੱਕ ਦਿਨ ਦੇ ਅੰਦਰ ਜਦੋਂ ਗੋਲੀਆਂ ਚੱਲੀਆਂ 30 ਦੀਆਂ 17 ਵਿਛ ਗਈਆਂ ਤੇ ਅਕਾਲ ਤਖਤ ਸਾਹਿਬ ਤੋਂ ਇਹਦੇ ਅੰਦਰ 5 ਜਿਹੜੇ ਵੱਖ-ਵੱਖ ਜਥੇ ਆਏ। ਅਸਾਮ ਤੋਂ ਜਥਾ ਆਇਆ, ਉਸ ਵਕਤ ਵੀ ਗੁਰੂ ਕੇ ਸਿੱਖ ਵਿਦੇਸ਼ਾਂ ਵਿੱਚ ਬੈਠੇ ਸਨ। ਕੈਨੇਡਾ ਤੋਂ ਲਗਭਗ 31 ਸਿੰਘਾਂ ਦਾ ਜਿਹੜਾ ਜਥਾ ਸੀ, ਉਹ 5ਵਾਂ ਜਥਾ ਵਿਦੇਸ਼ ਤੋਂ ਵੀ ਆਇਆ। ਅਸਾਮ ਤੋਂ ਜਥਾ ਆਇਆ। ਆਪਣੇ ਪੰਜਾਬ ਦੀ ਧਰਤੀ ਤੋਂ ਵੱਖ-ਵੱਖ ਜਥੇ ਗਏ। ਪਹਿਲਾਂ 50 ਦੀ ਗਿਣਤੀ, ਫਿਰ 100 ਦੀ ਗਿਣਤੀ ਕਰਦਿਆਂ ਫਿਰ ਉਹਨਾਂ ਨੇ ਵੱਡੀ ਗਿਣਤੀ ਕਰਨੀ ਪ੍ਰਾਰੰਭ ਕਰ ਦਿੱਤੀ। ਉਹ ਅੱਜ ਦੇ ਮਹਾਨ ਦਿਹਾੜੇ ਹਨ ਸਾਧ ਸੰਗਤ ਜੀ, ਜਿਨ੍ਹਾਂ ਉੱਪਰ ਆਪਾਂ ਨੇ ਪੰਛੀ ਝਾਤ ਲਾਈ ਹੈ। ਸਤਿਗੁਰੂ ਰਹਿਮਤਾਂ ਕਰਨ। ਸੂਰਾ ਸੋ ਪਹਿਚਾਨੀਐ, ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕੇ ਹੇਤ, ਜੋ ਲਰੈ ਦੀਨ ਕੇ ਹੇਤ, ਜੋ ਲਰੈ ਪੁਰਜਾ ਪੁਰਜਾ ਕਟ ਮਰੈ, ਪੁਰਜਾ ਪੁਰਜਾ ਕਟ ਮਰੈ, ਪੁਰਜਾ ਪੁਰਜਾ ਕਬੂ ਨਾ ਛਾਡੈ ਖੇਤ, ਕਬੂ ਨਾ ਛਾਡੈ ਖੇਤ, ਕਬੂ ਨਾ ਛਾਡੈ ਖੇਤ, ਕਬੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਜਿਉ ਪਿੰਡ ਸਭ, ਤੁਮ ਮਾਤ ਪਿਤਾ ਹਮ, ਤੁਮਰੀ ਕਹਿਰ ਕੋਈ ਨ ਜਾਣੈ, ਸਗਲ ਸਮਗਰੀ ਤੁਮਰਾ ਸੂਤਰ ਤਾਰੇ, ਤੁਮ ਤੇ ਹੋਏ ਸੋ ਤੁਮਰੀ ਗਤ ਮਿਤ, ਬੋਲੋ ਜੀ ਵਾਹਿਗੁਰੂ ਇੱਕ ਓੰਕਾਰ। ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਈ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ 10ਵੇਂ। ਪ੍ਰਥਮ ਭਗਵਤੀ ਸਿਮਰਕਾਇ ਗੁਰੂ ਨਾਨਕ ਲੈਂ ਤੇ ਆਈ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਈ। ਅਰਜੁਨ ਹਰ ਗੋਬਿੰਦਨੋ ਸਿਮਰਾਓ ਸ੍ਰੀ ਹਰਿ ਰਾਇ, ਸ੍ਰੀ ਹਰਿ ਕ੍ਰਿਸ਼ਨ ਤੇ ਆਈਐ, ਜਿਸ ਰਿਠੈ ਸਭ ਦੁਖ ਜਾਈ। ਤੇਗ ਬਹਾਦਰ ਸਿਮਰਿਆ ਘਰ ਨਉਣ ਦਿਆ ਬੈਤਾਈ, ਸਭ ਥਾਈ ਹੋਏ ਸਹਾਈ। 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਈ। ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਭੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ, ਹਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ। ਦੇਗ ਚਲਾਈ ਤੇਗ ਬਾਹੀ, ਦੇਖ ਕੇ ਅੰਡਿਠ ਕੀਤਾ। ਤਿਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤਾ ਸੀਸ ਦਿੱਤੇ, ਬੰਦ ਬੰਦ ਕਟਾਈ। ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਸੰਗ ਨਿਵਾਹੇ, ਜਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ।
ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾ ਤਹ ਰਛਿਆ ਰਿਆਈ ਤਾ ਦੇਗ ਤੇਗ ਫਤਿਹ। ਬਿਰਦ ਕੀ ਪਾਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ। ਖਾਲਸਾ ਜੀ ਕੇ ਭੁੱਲ ਵਾਲੇ ਭੁੱਲ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ ਨਾਮ ਦਾਨ। ਸ੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨ ਇਸਨਾਨ। ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੇ ਅਟਲ। ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਾਣ ਨੀਵਾ ਮਾਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ। ਸੱਚੇ ਪਿਤਾ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁਖ ਨਿਵਾਰਣ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਪ੍ਰਤੱਖ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਸੁੰਦਰ ਸੱਚਖੰਡ ਦੀਵਾਨ ਸਜੇ ਦੀਵਾਨਾਂ ਅੰਦਰ ਸ੍ਰੀ ਆਸਾ ਕੀ ਵਾਰ ਦੇ ਸੰਪੂਰਨ ਸ਼ਬਦ ਕੀਰਤਨ ਆਨੰਦ ਸਾਹਿਬ ਦੀਆਂ 6 ਪੌੜੀਆਂ ਦੇ ਗਾਇਨ ਉਪਰੰਤ ਮੁਖ ਵਾਕ ਗੁਰ ਸ਼ਬਦ ਵਿਚਾਰਾਂ ਹੋਈਆਂ। ਸਤਿਗੁਰੂ ਜੀਓ ਆਪ ਜੀ ਦੇ ਸੇਵਕਾਂ ਪਾਸੋਂ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਅਗਾਹ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਸੁਣਨਾ ਅਤੇ ਸੇਵਾ ਕਰਨ ਦੇ ਬਲ ਉਦਮ ਬਖਸ਼ਿਸ਼ ਕਰਨੇ। ਸਤਿਗੁਰੂ ਜੀਓ ਪੜ੍ਹੀ ਸੁਣੀ ਗਈ ਗੁਰਬਾਣੀ ਦਾ ਭਾਵ ਆਈਆਂ ਸੰਗਤਾਂ ਦੱਸਿਆ ਹਿਰਦਿਆਂ ਤੇ ਵਸਾਵਨਾ। ਡਰੋਂ ਘਰੋਂ ਨਾਮਦਾਨ ਗੁਰ ਸਿੱਖੀ ਜੀਵਨ ਬਖਸ਼ਿਸ਼ ਕਰਨੇ। ਸਤਿਗੁਰੂ ਜੀਓ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅਰਦਾਸ ਬੇਨਤੀ ਹੈ। ਸਤਿਗੁਰੂ ਜੀਓ ਗਗਨ ਦਮਾਮਾ ਭਾਜਿਓ ਪਰਿਓ ਨਿਸ਼ਾਨ ਕਹਾਉ। ਖੇਤ ਜੋ ਮਾਂਡਿਓ ਸੂਰਮਾ ਆਵ ਜੂਜਨ ਕੋ ਦਾਉ। ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤਾ। ਪੁਰਜਾ ਪੁਰਜਾ ਕਟ ਮਰੈ ਕਬਹੁ ਨਾ ਛਾੜੈ ਖੇਤ। ਐਸੇ ਸ਼ਹੀਦੀ ਦਿਹਾੜੇ ਜੈਤੋ ਦੇ ਮੋਰਚੇ ਦੇ ਸ਼ਹੀਦੀ ਦਿਹਾੜਿਆਂ ਨੂੰ ਮਨਾਉਂਦਿਆਂ ਹੋਇਆਂ ਅਤੇ ਸਾਕਾ ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦੀ ਦਿਹਾੜਿਆਂ ਨੂੰ ਮਨਾਉਂਦਿਆਂ ਹੋਇਆਂ ਆਪ ਜੀ ਦੇ ਮਹਾਨ ਪਵਿੱਤਰ ਅਸਥਾਨਾਂ ਵਿਖੇ ਅੰਮ੍ਰਿਤ ਵੇਲੇ ਤੋਂ ਪਾਵਨ ਦਰਬਾਰ ਦੀਆਂ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਹਨ। ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਤਿਲ ਪੁਲ ਭੇਟਾ ਬੰਦਰ ਪ੍ਰਵਾਨ। ਯਾਤਰਾ ਸਫਲ ਕਰਨੀ ਜੀ ਚੱਲਿਆ ਹੋਇਆ ਕਦਮ ਕਦਮ ਲਿਖੇ ਵਿੱਚ ਲਾਉਣਾ। ਸਰਬੱਤ ਦੀਆਂ ਸੋਭਾ ਮਨੋਕਾਮਨਾਵਾਂ ਭਾਵਨਾਵਾਂ ਸੰਪੂਰਨ ਕਰਨੀਆਂ। ਦੁੱਖਾਂ ਕਲੇਸ਼ਾਂ ਵਿਘਨਾਂ ਦਾ ਨਾਸ਼ ਕਰਨਾ। ਨਾਮ ਬਾਣੀ ਦਾ ਪ੍ਰਕਾਸ਼ ਕਰਨਾ। ਸਤਿਗੁਰੂ ਜੀਓ ਖਾਲਸਾ ਪੰਥ ਨੂੰ ਏਕ ਤੱਥ ਵਾਕ ਮੇਲ ਮਿਲਾ ਪ੍ਰੇਮ ਪਿਆਰ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ। ਅਖਰ ਬਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ। ਸਰਬੱਤ ਦੇ ਕਾਰਜ ਰਾਸ ਕਰਨੇ। ਸਤਿਗੁਰੂ ਜੀਓ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਆਪ ਜੀ ਦੇ ਪਾਵਨ ਖਜ਼ਾਨਿਆਂ ਵਿੱਚੋਂ ਆਪ ਜੀ ਦੀਆਂ ਸਿੱਖ ਸੰਗਤਾਂ ਵੱਲੋਂ ਪਾਵਨ ਕੜਾਹਾ ਪ੍ਰਸਾਦ ਹਾਜ਼ਰ ਹੈ। ਦਰ ਪ੍ਰਵਾਨ ਹੋਵੇ ਪ੍ਰਵਾਨਿਆ ਪ੍ਰਸਾਦ ਸੰਗਤ ਵਿੱਚ ਵਰਤਾਬੰਦੀ ਆਗਿਆ ਬਖਸ਼ੋ ਜੀ ਕਿਰਪਾ ਕਰੋ। ਪਾਵਨ ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਿਰਤਾਰਥ ਕਰੋ। ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆਗਿਆ ਭਈ ਅਕਾਲ ਕੀ, ਸਭ ਸਿੱਖਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲਵੋ ਚਾਹੈ। ਰਾਜ ਕਰੇਗਾ ਖਾਲਸਾ, ख्वार हुए सब मिलेंगे, ख्वार हुए सब मिलेंगे। बोले सो निहालो। वाहिगुरु जी का खालसा, वाहिगुरु जी का खालसा, वाहिगुरु जी की फतेह। ਵਾਹਿਗੁਰੂ ਸਾਹਿਬ ਜੀ। ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ, ਹਉ ਤਿਸ ਪੈ ਆਪ ਵਿਚਾਈ। ਦਰਸ਼ਨ ਹਰ ਦੇਖਣ ਕੈ ਤਾਈ, ਕਿਰਪਾ ਕਰੇ ਤਾ ਸਤਿਗੁਰ ਮਿਲੈ, ਹਰ ਹਰ ਨਾਮ ਧਿਆਈ। ਜੇ ਸੁਖ ਦੇ ਤਾਂ ਤੁਜੈ ਆਰਾਧੀ, ਦੁਖ ਪੀ ਤੁਜੈ ਧਿਆਈ। ਜੇ ਭੁਖ ਦੇ ਤਾਂ ਇਤ ਹੀ ਰਾਜਾ, ਦੁਖ ਵਿੱਚ ਸੂਖ ਮਨਾਈ। ਤਨ ਮਨ ਕਾਟ ਕਾਟ ਸਭ ਅਰਪੇ, ਵਿੱਚ ਅਗਨੀ ਆਪ ਜਲਾਈ। ਫਿਰ ਐਸੀ ਹੋਏ ਪਰੀ, ਮਨ ਕੋ ਪਾਵਤ ਕੀਨਾ। ਮਰਨੇ ਤੇ ਕਿਆ ਡਰਪਣਾ, ਜਬ ਹਾਥ ਸਿਧੌਰਾ ਲੀਨਾ। ਸੋ ਕਉ ਟਲ ਗੁਰ ਸੇਵੀਆ, ਅਹਨਿਸ ਸਹਿਜ ਸੁ। ਦਰਸ਼ਨ ਪਰਸਿਆ ਗੁਰੂ ਕਾ, ਜਨਮ ਮਰਨ ਦੁਖ ਹੋਵੈ ਸਿਫਤ ਖਸਾਮਦੇ। ਨੂਰ ਅਰਸੋਂ ਕੁਰਸੋਂ ਝਟੀਆ, ਤੁਧ ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੇ ਸਜਣਾ ਸੱਚਾ ਪਾਤਸ਼ਾਹ। ਸਿਰ ਸ਼ਾਹਾਂ ਦਾ ਜਿਸ ਪਾਸ ਬੈਠਿਆ, ਸੋ ਸਭਨ ਸਤਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਚੌਥਾ। ਹਰ ਹਰ ਨਾਮ ਸੀਤਲ ਜਲ ਧਿਆਵੋ, ਹਰ ਚੰਦਨ ਵਾਸ ਸੁਗੰਧ ਗੰਧਈਆ। ਮਿਲ ਸਤ ਸੰਗਤ ਪਰਮ ਪਦ ਪਾਇਆ, ਮੈਂ ਹਿਰਡ ਪਲਾਸ ਸੰਗ ਹਰ ਬੁਹੀਆ। ਹਰ ਹਰ ਨਾਮ ਸੀਤਲ ਜਲ ਧਿਆਵੋ, ਹਰ ਚੰਦਨ ਵਾਸ ਸੁਗੰਧ ਗੰਧਈਆ। ਮਿਲ ਸਤ ਸੰਗਤ ਪਰਮ ਪਦ ਪਾਇਆ, ਮੈਂ ਹਿਰਡ ਪਲਾਸ ਸੰਗ ਹਰ ਬੁਹੀਆ। ਜਪ ਜਗਨਾਥ ਜਗਦੀਸ਼ ਗੁਸਈਆ, ਸ਼ਰਨ ਪਰੇ ਸੇਈ ਜਨ ਉਬਰੇ। ਜਿਉ ਪ੍ਰਹਿਲਾਦ ਉਧਾਰ ਸਮਈਆ ਰਹਾਉ। ਭਾਰ 18 ਮੈਂ ਚੰਦਨ ਉਤਮ, ਚੰਦਨ ਨਿਕਟ ਸਭ ਚੰਦਨ ਹੁਈਆ। ਸਾਕਤ ਕੂੜੇ ਊਬ ਸੁਖ ਹੂਏ, ਮਨ ਅਭਿਮਾਨ ਵਿਛੜ ਦੂਰ ਗਈਆ। ਹਰ ਗਤ ਮਿਤ ਕਰਤਾ ਆਪੇ ਜਾਣੈ, ਸਭ ਵਿਦ ਹਰ ਹਰ ਆਪ ਬਨਈਆ।
ਜਿਸ ਸਤਿਗੁਰ ਭੇਟੇ ਸੋ ਕੰਚਨ ਹੋਵੈ, ਜੋ ਧੁਰ ਲਿਖਿਆ ਸੋ ਮਿਟੈ ਨਾ ਮਿਟਈਆ। ਰਤਨ ਪਦਾਰਥ ਗੁਰਮਤਿ ਪਾਵੈ, ਸਾਗਰ ਭਗਤ ਭੰਡਾਰ